एक बहुत ਵੱਡਾ ਭੂਚਾਲ ਆਪਣੇ ਪੰਜਾਬ ਵੀ ਜ਼ਰੂਰ ਆਏਗਾ ਕਿ ਬੱਚਿਆਂ ਦੇ ਵੀਜ਼ੇ ਕੇਸ ਹੋਣਾ ਦੇ ਬੈਨ ਹੋ ਗਏ। ਅੱਛਾ, ਤਾਂ ਇਹ ਲੈਟਰ ਤੇ ਬੱਚੇ ਦਾ ਹੁਣ ਮੌਂਟਰੀਅਲ ਦਾ ਭਵਿੱਖ ਹੈ ਕਿ ਉਹਨੂੰ ਵੀਜ਼ਾ ਮਿਲਣਾ ਹੈ ਜਾਂ ਉਹਨੂੰ ਰਿਫਿਊਜ਼ਲ ਮਿਲਣੀ ਹੈ ਜਾਂ ਉਹਨੂੰ ਬੈਨ ਮਿਲਣਾ ਹੈ। ਜਿਹੜੇ ਬੱਚਿਆਂ ਨੇ ਆਪਣੀ ਸਹੀ ਤਰੀਕੇ ਨਾਲ ਫਾਈਲ ਲਾਈ ਸੀ, ਜਿਨ੍ਹਾਂ ਨੇ ਰੂਲਸ ਨੂੰ ਫੋਲੋ ਕੀਤਾ ਸੀ, ਜਿਨ੍ਹਾਂ ਨੇ ਸਹੀ ਤਰੀਕੇ ਨਾਲ ਕਲਸਟਰ ਨੇ ਉਹਨਾਂ ਦੀ ਫਾਈਲ ਲਾਈ ਸੀ, ਉਹਨਾਂ ਲਈ ਬੜੀ ਪੋਜ਼ਿਟਿਵ ਨਿਊਜ਼ ਹੈ। ਪਰ ਦੂਜੇ ਪਾਸੇ ਕੁਝ ਤਬਕਾ ਇਦਾਂ ਦਾ ਜਿਨ੍ਹਾਂ ਲਈ ਬਹੁਤ ਮਾੜੀ। ਅੱਜ ਉਹਨਾਂ ਨੇ ਮੰਗ ਲਿਆ ਕਿ ਤੁਸੀਂ ਸਾਨੂੰ ਪਲਾਨ ਦੱਸੋ ਕਿ ਤੁਸੀਂ ਕੈਨੇਡਾ ਕਿਉਂ ਆਉਣਾ ਚਾਹੁੰਦੇ ਹੋ, ਕਿਉਂਕਿ ਐਸਓਪੀ ਤੇ ਹੀ ਬੱਚਾ ਮੈਂਸ਼ਨ ਕਰਦਾ ਹੈ ਔਰ ਗਰੰਟਿਡ ਕਹਿੰਦਾ ਕਿ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਐਸਟੀਐਸ ਕੈਟਾਗਰੀ ਦੇ ਨਾਲ ਫਾਈਲ ਲਾਈ ਸੀ, ਐਸਓਪੀ ਉਹਨਾਂ ਦੇ ਕਲਸਟਰ ਨੇ ਲਾਈ ਨਹੀਂ ਔਰ ਲਾਈ ਤਾਂ ਬੱਚਿਆਂ ਨੂੰ ਦਿਖਾਈ ਨਹੀਂ। ਕਿ ਜਿੰਨੇ ਕੁ ਬੰਦੇ ਫਾਈਲਾਂ ਬੱਚੇ ਐਮਬੈਸੀ 'ਚ ਲਗਾਉਂਦੇ ਆ ਨਾ, ਉਹ ਕਲਸਟਰ ਨੂੰ ਜਾ ਕੇ ਸਵਾਲ ਕਰਦੇ ਆ ਐਸਓਪੀ ਤੁਸੀਂ ਬਣਾਓਗੇ, ਜਦਕਿ ਐਸਓਪੀ ਜਿਹੜਾ ਸਹੀ ਬਣਾਉਣ ਦਾ ਕੰਮ ਹੈ ਉਹ ਸਟੂਡੈਂਟ ਦਾ ਖੁਦ ਦਾ ਹੁੰਦਾ ਹੈ। ਕਲਸਟਰ ਨੇ ਸਿਰਫ ਐਸਓਪੀ ਦੇ ਵਿੱਚ ਕਮੀ ਕੱਢਣੀ ਹੈ। ਇਹ ਕਾਲਜ ਤਾਂ ਚੂਜ਼ ਕੀਤਾ, ਇਹਦੀ ਫੀਸ ਘੱਟ ਹੈ। ਪਹਿਲਾਂ ਮੈਂ ਇਹ ਕਿਹਾ ਸੀ ਇਹ ਕਾਲਜ ਤਾਂ ਚੂਜ਼ ਕਰਦੇ ਵਾਲਾ ਕੋਰਸ ਪਾਰਟਿਕੂਲਰ ਇਸ ਕਾਲਜ ਦੇ ਵਿੱਚ ਹੈ, ਤਾਂ ਦੋਨੋਂ ਆਪਸ ਵਿੱਚ ਮੈਚ ਹੋਣ। ਮਤਲਬ ਉਹਨਾਂ ਨੇ ਇੱਕ ਸਮਾਰਟ ਗੇਮ ਖੇਡੀ ਉਹਨਾਂ ਨੂੰ ਫੜਨ ਲਈ ਕਿਹੜੇ ਬੱਚੇ ਜਾਂ ਕਿਹੜੇ ਕਲਸਟਰ ਗਲਤ ਤਰੀਕੇ ਨਾਲ ਆਪਣੀ ਵੀਜ਼ਾ ਅਪਲਾਈ ਕਰ ਰਹੇ। अगर मैं फीस ही नहीं भरी और मैं $250 की एलओ लैटर ला के वीज़ा अप्लाई किया तो मैं 13 या 400 की या 15,000 की एलओ नहीं दे सकता। और अगर मैं या मेरे कलसर जाली एलओ लैटर लगाती तो भी नहीं कर सकता। आज जो किद्दां प्रूफ करनगे कि वो पैसा बच्चे के अकाउंट तो गया, क्योंकि इहदे विच पैसा बच्चे या बच्चे के पेरेंट्स के अकाउंट तो जाना जरूरी सीगा। हुण अगर पैसा बच्चे के अकाउंट चों गया ही नहीं, कलसर ने अपने अकाउंट ही पैसा भरता या एजेंट ने सारे पैसे वीज़ा लगन की स्कीम के विच थर्ड पार्टी पैसा भरता या कैनेडा टू कैनेडा ट्रांसफर करता, वो सारे बंदे फस गए। तुसी आप दसो, तुसी वीज़ा अफसर हो, मैं फाइल लगाई, मैं $14,000 किसी एक्स कॉलेज में भरिया, ਅੱਜ ਮੈਂ ਤੁਹਾਨੂੰ ਇਹ ਕਹਿ ਰਿਹਾ ਜੀ ਮੇਰੇ $250 ਤੇ ਲੈ ਲਓ ਔਰ ਮੇਰੇ ਪਹਿਲੇ ਕਾਲਜ ਤੋਂ ਰਿਫੰਡ ਆਗਾ ਤਾਂ ਮੈਂ ਤੁਹਾਨੂੰ, ਤੁਸੀਂ ਕਿੱਦਾਂ ਸ਼ੋਰਟੀ ਲਓਗੇ ਮੈਨੂੰ ਪੈਸਾ ਦਿੰਦਾ। ਤੁਸੀਂ ਕਈ ਵਾਰ ਸੁਣਿਆ ਨੇ ਕੈਨੇਡਾ ਵਿੱਚ ਲੋਕ ਵਿਜ਼ਟਰ ਵੀਜ਼ਾ ਲੈ ਕੇ ਜਾਂਦੇ ਆ, ਪਹੁੰਚਦੇ ਆ, ਉਤਰ ਕੇ ਵਾਪਸ ਨਹੀਂ ਆਉਂਦੇ। ਜਦ ਉਹਨਾਂ ਦੀ ਸ਼ੋਰਟੀ ਨਹੀਂ ਲੈ ਸਕਦਾ, ਇਹ ਕੀ ਸ਼ੋਰਟੀ ਕੀ ਵੀਜ਼ਾ ਮਿਲੇਗਾ। क्यूबेक जाने वाले बच्चों लिए एक बड़ा अपडेट आया। क्यूबेक जाने वाले बच्चे बहुत परेशान सी कि असी की करिए, क्योंकि उधरों कैनेडा वाले उन्होंने वीज़ा नहीं दे रहे सी, ना ही उन्होंने रिफ्यूज़ कर रहे सी, पैसे उन्होंने रुके हुए सी। पर हुण हिलजुल हुई है ਅਤੇ ਇੱਕ ਅੰਬੈਸੀ ਦੇ ਵੱਲੋਂ ਲੈਟਰ ਸਟੂਡੈਂਟਸ ਨੂੰ ਆਣੀ ਸ਼ੁਰੂ ਹੋ ਗਈ ਹੈ। ਉਹ ਪਰ ਹਜੇ ਸਟੂਡੈਂਟ ਕਸ਼ਮਕਸ਼ 'ਚ ਨੇ ਕਿ ਇਹ ਲੈਟਰ ਸਾਡੇ ਹੱਕ ਦੇ ਵਿੱਚ ਹੈ ਕਿ ਸਾਡੇ ਖਿਲਾਫ ਹੈ, ਕਿ ਇਹ ਪੋਜ਼ਿਟਿਵ ਨਿਊਜ਼ ਹੈ ਕਿ ਨੈਗੇਟਿਵ ਨਿਊਜ਼ ਹੈ, ਕਿਉਂਕਿ ਉਸ ਲੈਟਰ ਦੇ ਬਾਰੇ ਹਜੇ ਸਟੂਡੈਂਟਸ ਨੂੰ, ਕਈਆਂ ਸਟੂਡੈਂਟਸ ਨੂੰ ਤਾਂ ਪਤਾ ਹੀ ਨਹੀਂ ਕਿ ਉਹਨਾਂ ਨੂੰ ਲੈਟਰ ਵੀ ਆ ਚੁੱਕੀ ਹੈ, ਅਤੇ ਜਿਹੜੇ ਸਟੂਡੈਂਟਸ ਨੂੰ ਪਤਾ ਉਹ ਹਜੇ ਡਬਲ ਮਾਈਂਡਡ ਨੇ, ਕਸ਼ਮਕਸ਼ 'ਚ ਨੇ ਕਿ ਇਹ ਸਾਡੇ ਹੱਕ ਦੇ ਵਿੱਚ ਹੈ ਕਿ ਸਾਡੇ ਖਿਲਾਫ ਹੈ। ਉਹ ਲੈਟਰ ਕੀ ਆਇਆ, ਕੀ ਹੁਣ ਕਿਊਬੈਕ ਨੇ ਨਵਾਂ ਅਪਡੇਟ ਕੀਤਾ ਹੈ ਕਿ ਜਿਹੜੀ ਕੱਟਾ ਕੱਟੀ ਫਸੀ ਹੋਈ ਸੀ ਉਹ ਹੁਣ ਸੁਲਝੀ ਹੈ ਕਿ ਨਹੀਂ, ਕਿ ਹਜੇ ਵੀ ਸਾਰਾ ਜੋ ਫੈਲਿਆ ਹੋਇਆ ਸੀਗਾ ਰਹਿਤਾ ਉਹ ਉਸੇ ਤਰ੍ਹਾਂ ਹੀ ਹੈ ਕਿ ਨਹੀਂ। ਇਹ ਸਭ ਜਾਣਕਾਰੀ ਲੈਣ ਦੇ ਲਈ ਅਸੀਂ ਹਨੀਸ਼ ਉੱਪਲ ਜੀ ਕੋਲ ਵਿਜ਼ਨ ਗਰੁੱਪ ਪਹੁੰਚੇ ਹਾਂ। ਹਨੀਸ਼ ਜੀ, ਬਹੁਤ ਇੰਤਜ਼ਾਰ ਸੀ ਬੱਚਿਆਂ ਨੂੰ, ਫਿਰ ਜਦੋਂ ਅਪਡੇਟ ਆਉਂਦਾ ਹੈ ਉਮੀਦ ਉੱਠਦੀ ਹੈ, ਲੱਗਦਾ ਕਿ ਬੱਚੇ ਹੁਣ ਜਾਣਗੇ। ਹੁਣ ਐਤਕੀ ਕੀ ਅਪਡੇਟ ਆਇਆ ਤੇ ਕੀ ਉਮੀਦ ਜਾਗੀ ਹੈ ਜਾਂ ਉਮੀਦਾਂ ਟੁੱਟੀਆਂ ਨੇ। देखो सरम जी, सब तो पहली गल ना ਐਤਕੀ अपडेट बहुत ਵੱਡਾ अपडेट है। अगर आप गल करो ਜਦੋਂ ਦਾ ਮੌਂਟਰੀਅਲ ਦੇ ਕੰਮ ਸ਼ੁਰੂ ਹੋਇਆ, ਜਦੋਂ ਦਾ ਇਹ ਰੋਲਾ ਚੱਲ ਰਿਹਾ ਪਿਛਲੇ ਦਸੰਬਰ ਤੋਂ, ਬੱਚੇ ਆਪਣੀ ਫਾਈਲਾਂ ਜਿਹੜੀਆਂ ਐਮਬੈਸੀ ਵਿੱਚ ਲਗਾ ਕੇ ਬੈਠੇ ਸੀਗੇ, ਉਹਨਾਂ ਵਿੱਚ ਕਈ ਬੱਚਿਆਂ ਦੇ ਏਆਈਪੀਜ਼ ਆਏ, ਜਿਨ੍ਹਾਂ ਦੇ ਏਆਈਪੀ ਆਏ, ਜਿਨ੍ਹਾਂ ਦੇ ਉਸ ਦੌਰ ਦੇ ਵਿੱਚ ਵੀਜ਼ੇ ਲੱਗੇ ਉਹ ਤਾਂ ਚੜ੍ਹ ਕੇ, ਜਿਹੜੇ ਦੇ ਏਆਈਪੀ ਆਏ ਉਹਨਾਂ ਉਸ ਤੋਂ ਬਾਅਦ ਉਹਨਾਂ ਦੀ ਪਾਸਪੋਰਟ ਰਿਕੁਐਸਟ ਵੀ ਨਹੀਂ ਆਈਆਂ। ਇੱਕ ਕੈਟਾਗਰੀ ਉਹਨਾਂ ਬੱਚਿਆਂ ਦੀ ਹੈ ਜਿਨ੍ਹਾਂ ਦੇ ਏਆਈਪੀਜ਼ ਆਏ ਹੈ, ਦੂਜੀ ਕੈਟਾਗਰੀ ਉਹਨਾਂ ਦੀ ਹੈ ਜਿਨ੍ਹਾਂ ਦੇ ਏਆਈਪੀ ਆਉਣ ਤੋਂ ਬਾਅਦ ਜਿਹੜੇ ਰਿਜ਼ਲਟ ਜਿਹੜੇ ਆ ਰਿਫਿਊਜ਼ਲ ਆਈਆਂ ਤੇ ਉਹਨਾਂ ਨੇ ਦੁਬਾਰਾ ਫਿਰ ਕਿਸੇ ਹੋਰ ਪਾਸੇ ਅਪਲਾਈ ਕੀਤਾ। ਤੀਸਰੀ ਕੈਟਾਗਰੀ ਉਹਨਾਂ ਸਟੂਡੈਂਟਸ ਦੀ ਹੈ ਜਿਨ੍ਹਾਂ ਦੀਆਂ ਫਾਈਲਾਂ ਐਮਬੈਸੀ ਦੇ ਵਿੱਚ ਲੱਗੀਆਂ ਕਿਊਬਿਕ ਵਿੱਚ, ਉਹਨਾਂ ਦੇ ਸੀਏਕਿਊ ਵੀ ਆ ਗਏ, ਫਾਈਲ ਵੀ ਲੱਗ ਗਈ ਔਰ ਵੀਜ਼ੇ ਹੋਲਡ ਹੋ ਗਏ। ਚੌਥੀ ਕੈਟਾਗਰੀ ਉਹਨਾਂ ਸਟੂਡੈਂਟ ਦੀ ਹੈ ਜਿਨ੍ਹਾਂ ਦੇ ਸੀਏਕਿਊ ਸਸਪੈਂਡ ਹੋ ਗਏ ਸੀ, ਦੁਬਾਰਾ ਸੀਏਕਿਊ ਆ ਗਏ ਔਰ ਫਿਰ ਉਹਨਾਂ ਦੇ ਫਿਰ ਫਾਈਲਾਂ ਅਟਕ ਗਈਆਂ। ਹੁਣ ਇੱਕ ਕਾਗਜ਼ ਜਿਹੜਾ ਮੈਂ ਤੁਹਾਨੂੰ ਦੇ ਰਿਹਾ ਔਰ ਜਿਹੜਾ ਇੱਕ ਕਾਗਜ਼ ਮੈਂ ਆਪ ਤੁਹਾਡੇ ਨਾਲ ਡਿਸਕਸ ਕਰਨ ਲੱਗਾ, ਕਿਉਂਕਿ ਇੱਕ ਕਾਗਜ਼ ਇੱਦਾਂ ਦਾ ਹੈ ਕਿ ਇਹਦੇ ਕਾਗਜ਼ ਤੋਂ ਸਾਰੀ ਚੀਜ਼ਾਂ ਕਲੀਅਰ ਹੋ ਜਾਣਗੀਆਂ ਕਿ ਕੈਨੇਡਾ ਹਾਈ ਕਮਿਸ਼ਨ ਨੇ 1 ਜੂਨ ਨੂੰ ਨੰਬਰ ਆਫ ਸਟੂਡੈਂਟਸ ਡਿਫਰੈਂਟ ਕਲਸਟੈਂਟ ਦੇ ਮਤਲਬ ਬੱਚਿਆਂ ਨੂੰ ਜਿਹੜੇ ਕਿਊਬਿਕ ਵਾਲੇ ਆ ਉਹਨਾਂ ਨੂੰ ਇੱਕ ਲੈਟਰ ਹਾਈ ਕਮਿਸ਼ਨ ਵੱਲੋਂ ਆ ਰਹੀ ਹੈ। ਉਹ ਹਾਈ ਕਮਿਸ਼ਨ ਦੇ ਲੈਟਰ ਪੜਨ ਤੋਂ ਪਹਿਲਾਂ ਇੱਕ ਜਿਹੜੀ ਮੇਨ ਗੱਲ, ਇਹ ਲੈਟਰ ਕੀ ਬਾਈ ਮੇਲ ਆ ਰਹੀ ਹੈ, ਕੀ ਇਹ ਕਾਲਜ ਦੇ ਵੱਲੋਂ ਮੇਲ ਆ ਰਹੀ ਹੈ ਕਿ ਐਮਬੈਸੀ ਦੇ ਵੱਲੋਂ ਆ ਰਹੀ ਹੈ। ਤੁਹਾਡੀ ਪੁਆਇੰਟ ਤੁਹਾਡਾ ਫੜ ਲੈਣਾ ਕਿ ਪਹਿਲਾਂ ਕੀ ਚੱਲ ਰਿਹਾ ਸੀ ਕਿ ਕਿਊਬਿਕ ਆਪਣਾ ਕੈਨੇਡੀਅਨ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਕਿ ਜਿਨ੍ਹਾਂ ਦੀ ਫਾਈਲਾਂ 15 ਮਈ ਤੱਕ ਲੱਗਣਗੀਆਂ ਉਹਨਾਂ ਦੇ ਰਿਜ਼ਲਟ 6 ਅਗਸਤ ਤੱਕ ਦੇ ਦਾਂਗੇ।
ਕੰਸਲਟੈਂਟ ਕਹਿ ਰਿਹਾ ਸੀਗਾ ਕਿ ਇਹ ਜਿਹੜੀ ਲੈਟਰ ਹੈ, ਇਹ ਲੈਟਰ ਆਪਣੇ ਵੱਲੋਂ ਕਿਊਬਿਕ ਦੇ 10 ਕਾਲਜਾਂ ਦੀ ਨਹੀਂ ਹੈਗੀ। ਵਾਕਈ ਉਹ 10 ਕਾਲਜਾਂ ਨਾਮ ਨਹੀਂ ਸੀ, ਬਟ ਉਹ ਓਵਰਆਲ ਲੈਟਰ ਸੀ ਕਿ 10 ਕਾਲਜਾਂ ਦੀ ਗੱਲ ਵੀ ਨਹੀਂ ਕਰ ਰਹੇ ਸੀ, ਇਹਨਾਂ ਨੂੰ ਦਵਾਂਗੇ ਨਹੀਂ ਦਵਾਂਗੇ ਉਹਨਾਂ ਉੱਤੇ। ਹੁਣ ਉਸ ਚੀਜ਼ ਉੱਤੇ ਸਸਪੈਂਸ ਜਿਹੜਾ ਹਟ ਗਿਆ। ਹੁਣ ਇਹ ਜਿਹੜੀ ਲੈਟਰ ਆ ਜਿਹੜੇ ਬੱਚਿਆਂ ਨੂੰ ਆਈ ਹੈ, ਇਹ ਲੈਟਰ ਦੋ ਤਰੀਕੇ ਦੇ ਬੱਚਿਆਂ ਲਈ ਕੰਮ ਚੀਜ਼ ਵੈਲਿਊ ਹੈ। ਪਹਿਲਾਂ ਜਿਨ੍ਹਾਂ ਨੇ ਆਪਣੀ ਫਾਈਲ ਐਮਬੈਸੀ ਸਹੀ ਤਰੀਕੇ ਨਾਲ ਲਾਈ, ਯਾਨੀ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕੀਤੀ ਸੀ, ਜਿਨ੍ਹਾਂ ਨੇ ਆਪਣੇ ਡਾਕੂਮੈਂਟੇਸ਼ਨ ਐਸ ਪਰ ਕੈਨੇਡੀਅਨ ਗਵਰਨਮੈਂਟ ਸਬਮਿਟ ਕੀਤੇ ਸੀ, ਉਹ ਤਾਂ ਬੱਚੇ ਤਰ ਗਏ। ਨਹੀਂ, ਪਹਿਲਾਂ ਉਸ ਤੇ ਆਪਾਂ ਬਾਤ ਚਾਹਨੇ ਈਮੇਲ ਇਹ ਲੈਟਰ ਭੇਜ ਕੌਣ ਰਿਹਾ? ਇਹ ਲੈਟਰ ਕਾਲਜ ਭੇਜ ਰਹੀ ਹੈ ਕਿ ਐਮਬੈਸੀ? ਨਹੀਂ, ਇਹ ਲੈਟਰ ਕੈਨੇਡਾ ਹਾਈ ਕਮਿਸ਼ਨ ਵੱਲੋਂ ਆਫੀਸ਼ੀਅਲ ਮੇਲ ਦੇ ਉੱਤੇ ਬੱਚੇ ਦੀ ਜੀਸੀ ਕੀ ਦੇ ਉੱਤੇ ਆ ਰਹੀ, ਨਾ ਇਹ ਈਮੇਲ ਆ ਰਹੀ ਹੈ ਕਾਲਜ ਵੱਲੋਂ, ਨਾ ਇਹ ਹਾਈ ਕਮਿਸ਼ਨ ਵੱਲੋਂ ਮੇਲ ਆ ਰਹੀ ਹੈ। ਮਤਲਬ ਉਹ ਪੋਰਟਲ ਤੇ ਅਪਡੇਟ ਹੋ ਰਿਹਾ ਹੈ। ਇਹ ਜੀਸੀਕੀ ਪੋਰਟਲ ਤੇ ਹਰ ਇੱਕ ਬੱਚੇ ਦੇ ਜਿਨ੍ਹਾਂ ਨੇ ਮੌਂਟਰੀਅਲ ਦੀ ਫਾਈਲ ਲਾਈ ਹੈ, ਕੋਈ ਕਹਿੰਦਾ 20,000 ਹੈ, ਕੋਈ ਕਹਿੰਦਾ 25,000 ਹੈ, ਕੋਈ ਕਹਿੰਦਾ 30,000 ਹੈ। ਮੇਰੇ ਜਿੰਨੀ ਫਾਈਲ ਲਾਈਆਂ ਉਹਨਾਂ ਚ ਮੇਰੇ 15 ਤੋਂ 16 ਬੱਚਿਆਂ ਨੂੰ ਅੱਜ ਇਹ ਲੈਟਰ ਆ ਗਈ ਹੈ। ਸਾਰਿਆਂ ਨੂੰ ਮੇਰੇ ਵੀ ਨਹੀਂ ਆਈ, ਬਟ ਇਹ ਲੈਟਰ ਬੱਚੇ ਦੀ ਜੀਸੀਕੀ ਦੇ ਉੱਤੇ ਲੈਟਰ ਇਹ ਆ ਗਈ ਹੈ ਸਾਨੂੰ। ਦੂਜਾ ਇੱਕ ਆਪਾਂ ਅੱਗੇ ਵਧਣ ਤੋਂ ਪਹਿਲਾਂ ਇਸ ਲੈਟਰ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਹੋਰ ਚੀਜ਼ ਦੱਸੋ ਕਿ ਇਹ ਜੋ ਲੈਟਰ ਹੈ ਇਹ ਜਿਹੜੇ 10 ਸਸਪੈਂਡਡ ਕਾਲਜ ਨੇ ਉਹਨਾਂ ਵਾਲੇ ਬੱਚਿਆਂ ਨੂੰ ਹੀ ਆ ਰਹੀ ਹੈ ਕਿ ਜਿਹੜੇ ਉਸ ਤੋਂ ਇਲਾਵਾ ਵੀ ਉਹ 10 ਲਿਸਟ ਚੋਂ ਬਾਹਰ ਵਾਲੇ ਕਾਲਜ ਸੀ ਉਹਨਾਂ ਨੂੰ ਵੀ ਆ ਰਹੀ ਹੈ? ਨਹੀਂ, ਜਿੰਨੀਆਂ ਸਾਨੂੰ ਹੁਣ ਤੱਕ ਲੈਟਰ ਆਈਆਂ ਜਾਂ ਜਿਹੜੇ ਕੰਸਲਟੈਂਟ ਨੂੰ ਲੈਟਰ ਆਈਆਂ, ਇਹ ਸਿਰਫ ਪਾਰਟਿਕੂਲਰ ਉਹੀ 10 ਕਾਲਜ ਹੈ। ਠੀਕ ਹੈ, ਇਹਨਾਂ ਵਿੱਚ ਕੋਈ ਓਨਟਾਰੀਓ ਦੇ ਕਾਲਜ ਨਹੀਂ ਹੈ, ਕੋਈ ਉਹ 10 ਕਾਲਜ ਤੋਂ ਇਲਾਵਾ ਵਾਲੇ ਕਾਲਜ ਨਹੀਂ ਹੈ, ਕੋਈ ਹੋਰ ਕੋਈ ਪ੍ਰੋਵਿੰਸ ਦੇ ਕਾਲਜ ਨਹੀਂ ਹੈ। ਇਹ ਸਾਰੇ ਦੇ ਸਾਰੇ ਉਹਨਾਂ 10 ਕਾਲਜਾਂ ਦੇ ਸਸਪੈਂਡਡ ਵਾਲੇ। ਮਤਲਬ ਵੱਡੀ ਖਬਰ ਹੈ, ਸਭ ਤੋਂ ਵੱਡੀ ਅਪਡੇਟ ਹੈ ਕਿ 10 ਕਾਲਜ ਉਹ ਹੈ ਜਿਨ੍ਹਾਂ ਦਾ ਰੋਲਾ ਚੱਲਦਾ ਪਿਆ ਸੀ, ਜਿਨ੍ਹਾਂ ਵਿੱਚ ਆਪਾਂ ਕਹਿੰਦੇ ਸੀ ਕਿ ਬੈਂਕ ਕਰਪਸੀ ਹੋ ਜਾਣੀ ਹੈ, $250 ਦੇ ਨਾਲ ਤੁਹਾਡੇ ਪੈਸੇ ਮਰ ਜਾਣੇ ਆ, ਡੀਐਲਆਈ ਚੇਂਜ ਕਰਾਣੇ ਸ਼ੁਰੂ ਕਰ ਦਿੱਤੇ ਸੀ। ਇੱਕ ਤਰ੍ਹਾਂ ਬੱਚੇ ਨੂੰ ਸੂਲੀ ਟੰਗਣ ਵਾਲਾ ਸੀਨ ਸੀਗਾ। ਔਰ ਦੇਖੋ ਇਸ ਲੈਟਰ ਦੇ ਨਾਲ ਕਿੰਨੇ ਹੀ ਬੱਚਿਆਂ ਨੇ ਡੀਐਲਆਈ ਚੇਂਜ ਕੀਤੇ ਹੋਣੇ ਆ, ਕਿੰਨੇ ਹੀ ਬੱਚਿਆਂ ਨੇ $250 ਭਰ ਕੇ ਆਪਣੇ ਕਾਲਜ ਲਿੱਤੇ ਹੋਣੇ, ਕਿੰਨੇ ਹੀ ਬੱਚਿਆਂ ਨੇ ਰਿਫੰਡ ਲਿੱਤੇ ਹੋਣੇ ਆ। ਕਈਆਂ ਲਈ ਖੁਸ਼ੀ ਹੈ, ਕਈਆਂ ਲਈ ਦੁੱਖ ਹੈ, ਕਿਉਂਕਿ ਜਿਨ੍ਹਾਂ ਨੇ ਸਹੀ ਤਰੀਕੇ ਨਾਲ ਫਾਈਲ ਲਾਈ ਸੀ ਤੇ ਜਿਨ੍ਹਾਂ ਨੇ ਅੱਜ ਵੀ ਸਿਸਟਮ ਦੇ ਹਿਸਾਬ ਨਾਲ ਫੋਲੋ ਕੀਤਾ, ਉਹ ਤਾਂ ਬੱਚੇ ਕਲੀਅਰ ਹੈ। ਠੀਕ ਹੈ, ਨਹੀਂ ਤਾਂ ਇੱਕ ਬਹੁਤ ਵੱਡਾ ਭੁਚਾਲ ਆਪਣੇ ਪੰਜਾਬ ਵੀ ਜ਼ਰੂਰ ਆਏਗਾ ਕਿ ਬੱਚਿਆਂ ਦੇ ਵੀਜ਼ੇ ਕੇਸ ਉਹਨਾਂ ਦੇ ਬੈਨ ਹੋ ਗਏ, ਕਿਉਂਕਿ ਪੋਜੀਸ਼ਨ ਇੱਥੇ ਇਹੀ ਆਉਣ ਵਾਲੀ। ਕਿਉਂਕਿ ਲੈਟਰ ਦਾ ਮਤਲਬ ਦੇਖੋ, ਲੈਟਰ ਤਾਂ ਸਿਰਫ 3 ਲਾਈਨਾਂ ਹੈ। ਇਹ 3 ਲਾਈਨਾਂ ਵਿੱਚ ਪੜ੍ਹ ਕੇ ਤਾਂ ਆਪਾਂ ਕੁਝ ਵੀ ਆਪਣੇ ਵੱਲੋਂ ਕਹਾਣੀ ਬਣਾ ਲਈਏ, ਕਿਉਂਕਿ ਆਪਣੇ ਪੰਜਾਬ ਦੇ ਵਿੱਚ ਇੱਕ ਅਸੂਲ ਹੈ, ਜਦੋਂ ਇੱਕ ਲਾਈਨ ਆਉਂਦਾ ਉਹਦੇ 4 ਅਕਸ਼ਰ ਆਪਣੇ ਵੱਲੋਂ ਜੋੜੇ ਜਾਂਦੇ ਆ। ਬਟ ਅਸੂਲਨ ਦੇ ਵਿੱਚ ਜਿਹੜੀ ਲੈਟਰ ਹੈ, ਇਹ ਲੈਟਰ ਨੂੰ ਸਹੀ ਤਰੀਕੇ ਨਾਲ ਅਗਰ ਸਮਝੀਏ ਤਾਂ ਇਹ ਲੈਟਰ ਤੇ ਬੱਚੇ ਦਾ ਹੁਣ ਮੌਂਟਰੀਅਲ ਦਾ ਭਵਿੱਖ ਹੈ ਕਿ ਉਹਨੂੰ ਵੀਜ਼ਾ ਮਿਲਣਾ ਹੈ ਜਾਂ ਉਹਨੂੰ ਰਿਫਿਊਜ਼ਲ ਮਿਲਣੀ ਹੈ ਜਾਂ ਉਹਨੂੰ ਬੈਨ ਮਿਲਣਾ ਹੈ। ਹਨੀਸ਼ ਜੀ, ਹੁਣ ਆਪਾਂ ਇਸ ਲੈਟਰ ਤੇ ਆਨੇ ਆ। ਇਹ ਲੈਟਰ ਤੇ ਜੋ ਮੈਂ ਦੇਖਿਆ 3 ਪੁਆਇੰਟਸ ਇੱਕ ਮੇਨ ਆਏ ਹੋਏ ਨੇ ਤੇ 30 ਦਿਨਾਂ 'ਚ ਇਹਨਾਂ ਦਾ ਜਵਾਬ ਮੰਗਿਆ। ਦੇਖੋ ਮੈਂ ਹੁਣ ਇੱਕ ਕਰਕੇ ਤਿੰਨੋਂ ਪੁਆਇੰਟ ਤੁਸੀਂ ਦੱਸੋ ਤੇ 30 ਦਿਨਾਂ ਦੇ ਵਿੱਚ ਹੀ ਜਵਾਬ ਕਿਹੜੇ ਪੁਆਇੰਟ ਦਾ ਦੇਣਾ, ਇਹ ਜ਼ਰੂਰ ਦੱਸੋ। ਦੇਖੋ, ਸਭ ਤੋਂ ਪਹਿਲਾਂ ਸਾਨੂੰ ਜੀ ਇਹਦੀ ਲੈਟਰ ਮੈਂ ਦਿਖਾਵਾਂ। ਜਿਹੜੀ ਲੈਟਰ ਆ ਰਹੀ ਹੈ ਇਹ ਕੈਨੇਡੀਅਨ ਗਵਰਨਮੈਂਟ ਵੱਲੋਂ ਆ ਰਹੀ ਹੈ ਨਾ, ਇਹ ਨਹੀਂ ਹੈ ਕਾਲਜ ਵੱਲੋਂ ਹੈ, ਇਹ ਨਹੀਂ ਹੈ। ਔਰ ਇਹ ਪਾਰਟਿਕੂਲਰ ਜਿਹੜਾ ਬੱਚਾ ਹੈ, ਮੈਂ ਆਪਣੇ ਸਟੂਡੈਂਟ ਦੀ ਗੱਲ ਕਰ ਰਿਹਾ, ਇਹ ਬੱਚੇ ਦਾ UCI ਨੰਬਰ ਹੈ, ਬੱਚੇ ਦਾ ਐਪਲੀਕੇਸ਼ਨ ਨੰਬਰ ਹੈ, ਇਹ ਬੱਚੇ ਦਾ ਨਾਮ ਹੈ। ਉਸ ਤੋਂ ਬਾਅਦ ਨੀਚੇ 3 ਪੁਆਇੰਟ ਦਿੱਤੇ ਗਏ। ਇਹ 3 ਪੁਆਇੰਟ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ, ਮੈਂ ਨਾਲ ਪੁਆਇੰਟ ਦੇ ਨਾਲ ਐਕਸਪਲੇਨ ਵੀ ਕਰਦਾ ਰਹੂੰਗਾ ਤਾਂ ਕਿ ਬਿਲਕੁਲ ਜ਼ਰੂਰੀ ਹੈ, ਤਾਂ ਕਿ ਬੱਚਿਆਂ ਨੂੰ ਸਮਝ ਲੱਗੇ, ਤਾਂ ਕਿ ਬੱਚਿਆਂ ਨੂੰ ਇਹ ਸਮਝ ਜਾਵੇ ਕਿ ਉਹਨਾਂ ਨਾਲ ਹੋਇਆ ਕੀ ਔਰ ਕੀ ਉਹਨਾਂ ਨਾਲ ਫਿਊਚਰ 'ਚ ਹੋਣ ਦੇ ਚਾਂਸਸ ਹੈ। ਦੇਖੋ, ਇਹਦੇ ਵਿੱਚ ਇਹ ਕੋਈ ਉਹ ਨਹੀਂ ਹੈ ਕਿ ਬੱਚਿਆਂ ਨੂੰ ਘਬਰਾਉਣ ਦੀ ਲੋੜ ਹੈ। ਮੈਂ ਫਿਰ ਤੁਹਾਨੂੰ ਗੱਲ ਸ਼ੁਰੂ ਕਰ ਰਿਹਾ ਕਿ ਜਿਹੜੇ ਬੱਚਿਆਂ ਨੇ ਆਪਣੀ ਸਹੀ ਤਰੀਕੇ ਨਾਲ ਫਾਈਲ ਲਾਈ ਸੀ, ਜਿਨ੍ਹਾਂ ਨੇ ਰੂਲਸ ਨੂੰ ਫੋਲੋ ਕੀਤਾ ਸੀ, ਜਿਨ੍ਹਾਂ ਨੇ ਸਹੀ ਤਰੀਕੇ ਨਾਲ ਕੰਸਲਟੈਂਟ ਨੇ ਉਹਨਾਂ ਦੀ ਫਾਈਲ ਲਾਈ ਸੀ, ਉਹਨਾਂ ਲਈ ਬੜੀ ਪੋਜ਼ਿਟਿਵ ਨਿਊਜ਼ ਹੈ। ਪਰ ਦੂਜੇ ਪਾਸੇ ਕੁਝ ਤਬਕਾ ਇਦਾਂ ਦਾ ਜਿਨ੍ਹਾਂ ਲਈ ਬਹੁਤ ਮਾੜੀ ਨਿਊਜ਼ ਹੈ। ਜਿਹੜਾ ਪਹਿਲਾ ਪੁਆਇੰਟ ਉਹਨੇ ਲਿਖਿਆ ਕਿ ਤੁਸੀਂ ਜਿਹੜੀ ਅਪਡੇਟ ਸਟੱਡੀ ਆਊਟਲਾਈਨ ਆਫ ਦਾ ਪਰਪਸ ਆਫ ਯੂਰ ਸਟੱਡੀ, ਕਿ ਜਿਹੜੀ ਤੁਸੀਂ ਆਪਣੀ ਫਾਈਲ ਲਗਾਈ ਸੀ, ਤੁਸੀਂ ਸਾਨੂੰ ਐਕਸਪਲੇਨ ਕਰੋ ਕਿ ਤੁਸੀਂ ਇਸ ਟਾਈਮ ਤੇ ਕੈਨੇਡਾ ਕਿਉਂ ਆਣਾ ਹੈ। ਸਨਮ ਜੀ, ਹੁੰਦਾ ਕੀ ਸੀਗਾ, ਜਿਹੜਾ 6 ਵਾਲਾ ਬੱਚਾ ਸੀ ਨਾ, ਚੰਗੇ ਮਹਾਰਥੀ ਚੰਗੇ ਕੰਸਲਟੈਂਟ ਕਹਿੰਦੇ ਸੀ ਜਿਹੜਾ ਬੱਚਾ STS ਕੈਟਾਗਰੀ ਵਿੱਚ ਜਾਂਦਾ ਨਾ, ਉਹਨੂੰ SOP ਦੀ ਲੋੜ ਨਹੀਂ ਹੈ। ਜਦ ਕਿ ਆਪਾਂ ਪਿਛਲੇ 3 ਸਾਲਾਂ ਤੋਂ ਬੱਚਿਆਂ ਅੱਗੇ ਕਲਪਦੇ ਪਏ ਹਾਂ, ਚਾਹੇ ਤੁਹਾਡੀ ਫਾਈਲ STS ਹੈ, ਚਾਹੇ ਤੁਹਾਡੀ ਫਾਈਲ ਜਨਰਲ ਕੈਟਾਗਰੀ 'ਚ, SOP ਇੱਕ ਬਹੁਤ ਵੱਡਾ ਪਾਰਟ ਹੈ ਵੀਜ਼ਾ ਲਈ। ਤੁਸੀਂ ਪਿਛਲੇ 3 ਸਾਲ ਦਾ ਇੰਟਰਵਿਊ ਖੋਲੋ, 3 ਸਾਲ ਦੀ ਲਾਈਵ ਖੋਲੋ, 3 ਸਾਲ ਦੀ ਡਿਬੇਟ ਖੋਲੋ, ਹਰ ਪਾਸੇ ਕਿਹਾ SOP ਵੀਜ਼ਾ ਤੇ ਬਹੁਤ ਅਸਰ। ਅੱਜ ਉਹਨਾਂ ਨੇ ਮੰਗ ਲਿਆ ਕਿ ਤੁਸੀਂ ਸਾਨੂੰ ਪਲਾਨ ਦੱਸੋ ਕਿ ਤੁਸੀਂ ਕੈਨੇਡਾ ਕਿਉਂ ਆਉਣਾ ਚਾਹੁੰਦੇ ਹੋ, ਕਿਉਂਕਿ SOP ਤੇ ਹੀ ਬੱਚਾ ਮੈਂਸ਼ਨ ਕਰਦਾ ਹੈ। ਔਰ ਗਰੰਟਿਡ ਕਹਿਣਾ ਕਿ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਜਿਨ੍ਹਾਂ ਨੇ STS ਕੈਟਾਗਰੀ ਦੇ ਨਾਲ ਫਾਈਲ ਲਾਈ ਸੀ, SOP ਉਹਨਾਂ ਦੇ ਕੰਸਲਟੈਂਟ ਲਾਈ ਨਹੀਂ, ਔਰ ਲਾਈ ਤਾਂ ਬੱਚਿਆਂ ਨੂੰ ਦਿਖਾਈ ਨਹੀਂ।
ਨਹੀਂ ਆਪਾਂ ਪਹਿਲੇ ਪੁਆਇੰਟ ਤੇ ਥੋੜਾ ਰੁਕਦੇ ਹਾਂ, ਜਿਸ ਤੇ ਤੁਸੀਂ ਕਿਹਾ ਕਿ ਐਸਓਪੀ ਦੇਣੀ ਪੈਣੀ ਹੈ ਅੰਬੈਸੀ ਦੇ ਵਿੱਚ, ਪਰ ਜਿਹੜੇ ਬੱਚਿਆਂ ਨੇ ਪਹਿਲਾਂ ਐਸਓਪੀ ਲਗਾਈ ਸੀ ਕੀ ਉਹਨਾਂ ਨੂੰ ਦੁਬਾਰਾ ਐਸਓਪੀ ਭਰਨੀ ਪਏਗੀ? ਉਹਨਾਂ ਨੇ ਇਹ ਕਿਹਾ ਕਿ ਸਾਨੂੰ ਇਹ 3 ਚੀਜ਼ਾਂ ਤੁਸੀਂ ਕੰਪਲੀਟ ਕਰਕੇ ਸਾਨੂੰ ਜਿਹੜੀਆਂ ਭੇਜੋ, ਚਾਹੇ ਮਤਲਬ ਪਹਿਲਾਂ ਸੀਗੀਆਂ ਵੀ ਚਾਹੇ ਦੁਬਾਰਾ ਪਹਿਲਾਂ ਭੇਜੋ, ਸੀਗੀ ਚਾਹੇ ਪਹਿਲਾਂ ਨਹੀਂ ਸੀ, ਤੁਸੀਂ ਐਸਓਪੀ ਲਗਾਈ ਸੀ ਤਾਂ ਨਹੀਂ ਲਗਾਈ ਤਾਂ ਦੱਸੋ, ਤੁਸੀਂ ਕੈਨੇਡਾ ਇਸ ਟਾਈਮ ਤੇ ਕਿਉਂ ਆਉਣਾ ਚਾਹੁੰਦੇ ਹੋ, ਕੈਨੇਡਾ ਤੋਂ ਇਲਾਵਾ ਤੁਸੀਂ ਪਾਰਟਿਕੂਲਰ ਇੱਕ ਕਾਲਜ ਕਿਉਂ ਜਾਣਾ ਚਾਹੁੰਦੇ ਹੋ, ਪਾਰਟਿਕੂਲਰ ਇੱਕ ਕੋਰਸ ਕਿਉਂ ਜਾਣਾ ਚਾਹੁੰਦੇ ਹੋ। ਜਿਹੜੀ ਮੇਰੇ ਹੱਥ ਵਿੱਚ ਲੈਟਰ ਹੈ, ਇਹ ਮੈਂ ਕਾਲਜ ਦਾ ਨਾਮ ਵੀ ਦੱਸ ਦੇਣਾ, ਇਹ CDI ਕਾਲਜ ਦਾ ਬੱਚਾ ਹੈ। ਜਿਹੜੀ ਸਨਮ ਜੀ ਦੇ ਹੱਥ ਦੇ ਵਿੱਚ ਲੈਟਰ ਹੈ, ਕੈਨੇਡਾ ਕਾਲਜ ਦਾ ਬੱਚਾ। ਮੈਂ 2 ਬੱਚੇ ਐਦਾਂ ਲੈਟਰ ਸਾਡੇ ਕੋਲ 14 ਹੈ, ਪਰ ਪਾਰਟਿਕੂਲਰ ਮੈਂ 2 ਬੱਚਿਆਂ ਦਾ ਨਾਮ ਲਵਾਂ ਤਾਂ ਇਹ ਬੱਚੇ ਦੀ ਮੇਰੀ, ਜਿਸ ਬੱਚੇ ਦਾ ਮੈਂ ਕੇਸ ਲਾ ਕੇ ਬੈਠਾ, ਇਹ ਹੁੰਦੀ ਨਿਰਮਲ ਸਿੰਘ ਸਿੱਧੂ, ਇਹ ਹੁੰਦੀ LO ਲੈਟਰ ਹੈ। ਇਹ ਬੱਚੇ ਦੀ ਉਹ ਹੈ ਕਿ ਕਲੀਅਰ ਹੈ ਕਿ CDI ਕਾਲਜ ਦਾ ਬੱਚਾ ਹੈ। ਸਾ ਇਹਨਾਂ ਦਾ ਜਿਹੜਾ ਪਰਪਸ ਸੀ ਕਿ ਤੁਸੀਂ ਐਸਓਪੀ ਜਿਹੜੀ ਹਾਈ ਕਮਿਸ਼ਨ ਦੇ ਵਿੱਚ ਲਗਾਈ ਸੀ, ਨਹੀਂ ਲਗਾਈ, ਸਾਨੂੰ ਦੱਸੋ ਕਿ ਤੁਸੀਂ ਕੈਨੇਡਾ ਕਿਉਂ ਆਉਣਾ ਚਾਹੁੰਦੇ ਹੋ। ਤਾਂ ਇਹ ਜਿਹੜੀ ਤੁਸੀਂ ਸਾਨੂੰ ਲੈਟਰ, ਇੱਕ ਕਵਰਿੰਗ ਲੈਟਰ ਤੌਰ ਤੇ ਇਹਨੂੰ ਸਬਮਿਟ ਕਰੋ। ਹਨੀਸ਼ ਜੀ, ਜੇ ਜਿਸ ਤਰ੍ਹਾਂ ਪਹਿਲਾਂ ਜੋ ਜੇਕਰ ਬੱਚਿਆਂ ਨੇ ਐਸਓਪੀ ਲਗਾਈ ਵੀ ਹੋਏਗੀ, ਦੁਬਾਰਾ ਚਲੋ ਹੁਣ ਐਸਓਪੀ ਲਗਾਉਣ ਲਈ ਕਹਿ ਦਿੱਤਾ, ਕਿ ਉਹ ਐਸਓਪੀ ਮੈਚ ਵੀ ਹੋਣੀ ਚਾਹੀਦੀ ਹੈ, ਕਿ ਜੋ ਰੀਜ਼ਨ ਪਹਿਲਾਂ ਪਾਏ ਸੀਗੇ ਉਹ ਸੇਮ ਰੀਜ਼ਨ ਹੀ ਹੁਣ ਦੁਬਾਰਾ ਐਸਓਪੀ ਹੋਣੇ ਚਾਹੀਦੇ ਨੇ। ਜੇਕਰ ਉਹ ਕੰਟਰਾਡਿਕਟ ਹੋ ਗਈ, ਪਹਿਲਾਂ ਕੁਝ ਹੋਰ ਲਿਖਿਆ ਸੀ ਤੇ ਐਤਕੀ ਕੁਝ ਹੋਰ ਲਿਖਤਾ ਜੇ ਐਸਓਪੀ। ਸਾਨੂੰ ਜੀ ਪਤਾ ਇਹੀ ਗੱਲ ਮੇਨ ਜਿਹੜੀ ਹੁਣ ਜ਼ਿਆਦਾ ਜਿਸ ਦਾ ਰੋਲਾ ਇਸੇ ਚੀਜ਼ ਦੀ ਗੱਲ ਦੇ ਉੱਤੇ ਹੈ ਕਿ ਜਿੰਨੇ ਕੁ ਬੰਦੇ ਫਾਈਲਾਂ ਬੱਚੇ ਐਮਬੈਸੀ 'ਚ ਲਗਾਉਂਦੇ ਆ ਨਾ, ਉਹ ਕਲਸਨ ਨੂੰ ਜਾ ਕੇ ਸਵਾਲ ਕਰਦੇ ਆ ਐਸਓਪੀ ਤੁਸੀਂ ਬਣਾਓਗੇ, ਜਦਕਿ ਐਸਓਪੀ ਜਿਹੜਾ ਸਹੀ ਬਣਾਉਣ ਦਾ ਕੰਮ ਹੈ ਉਹ ਸਟੂਡੈਂਟ ਦਾ ਖੁਦ ਦਾ ਹੁੰਦਾ ਹੈ। ਕਲਸਟੈਂਟ ਸਿਰਫ ਐਸਓਪੀ ਦੇ ਵਿੱਚ ਕਮੀ ਕੱਢਣੀ ਹੈ। ਇੱਕ ਕਲਸਟੈਂਟ ਦੇਖੋ, ਮੇਰੇ ਵਾਲਾ ਬੰਦਾ ਆਪ ਤਾਂ ਐਸਓਪੀ ਨਹੀਂ ਬਣਾਉਂਦਾ ਹੋਏਗਾ, ਸਟਾਫ ਰੱਖਿਆ। ਹੁਣ ਜਿਹੜਾ ਬੱਚਾ, ਜਿਹੜਾ ਸਟਾਫ ਕਿਸੇ ਕੰਪਨੀ ਦਾ BA ਪਾਸ ਹੈ, ਉਹਨੂੰ ਆਪਾਂ ਕਹੀਏ ਤੂੰ ਮੈਡੀਕਲ ਦੀ ਐਸਓਪੀ ਬਣਾਓ, ਨਹੀਂ ਬਣਾ ਸਕਦਾ। ਬਿਲਕੁਲ ਅਗੇਨ ਬੱਚਿਆਂ ਨੇ ਐਸਓਪੀ ਆਪ ਬਣਾਈ ਹੋਏਗੀ, ਉਹਨਾਂ ਨੂੰ ਯਾਦ ਹੈ ਕਿ ਹਰ ਬੰਦੇ ਨੂੰ ਆਪਣੀ ਚੀਜ਼ ਰਟੀ ਹੁੰਦੀ ਹੈ। ਜਿਹੜੇ ਕੇਸ ਦੇ ਵਿੱਚ ਬੱਚੇ ਕੋਲ ਐਸਓਪੀ ਨਹੀਂ ਹੈਗੀ ਉਹ ਵੀ ਬਣਾ ਸਕਦਾ ਹੈ, ਪਰ ਜਿਹੜੇ ਕੇਸ ਬੱਚੇ ਨੇ ਆਲਰੇਡੀ ਪਹਿਲਾਂ ਐਸਓਪੀ ਬਣਾਈ ਸੀ, ਉਹਦੇ ਐਸਓਪੀ ਦੀ ਕਾਪੀ ਨਹੀਂ ਹੈ, ਉਹਦੇ ਲਈ ਕਿਤੇ ਨਾ ਕਿਤੇ ਦਿੱਕਤ ਦਾ ਸਾਹਮਣਾ ਵੀ ਹੋ ਸਕਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਲਈ ਰਿਫਿਊਜ਼ਲ ਹੈ, ਬਟ ਐਸਓਪੀ ਤੁਹਾਡੀ ਜਿਹੜੀ ਪਹਿਲਾਂ ਤੁਸੀਂ ਲਗਾਈ ਸੀ, ਤੁਸੀਂ ਕੈਨੇਡਾ ਕਿਉਂ ਚੂਜ਼ ਕੀਤਾ, ਤੁਸੀਂ ਪਾਰਟਿਕੂਲਰ ਕਾਲਜ ਕਿਉਂ ਚੂਜ਼ ਕੀਤਾ, ਰੀਜ਼ਨ ਸੇਮ ਹੋਣਾ ਚਾਹੀਦਾ। ਰੀਜ਼ਨ ਕਿਤੇ ਨਾ ਕਿਤੇ ਤਾਂ ਉਹਨੂੰ ਮੈਚ ਹੋਣਾ ਜ਼ਰੂਰੀ ਹੈ। ਅੱਜ ਮੈਂ ਇਹ ਨਹੀਂ ਕਹਿ ਸਕਦਾ ਜੀ ਮੈਂ ਇਹ ਕਾਲਜ ਤਾਂ ਚੂਜ਼ ਕੀਤਾ, ਇਹਦੀ ਫੀਸ ਘੱਟ ਹੈ, ਪਹਿਲਾਂ ਮੈਂ ਇਹ ਕਿਹਾ ਸੀ ਇਹ ਕਾਲਜ ਤਾਂ ਚੂਜ਼ ਕਰਦੇ ਵਾਲਾ ਕੋਰਸ ਪਾਰਟਿਕੂਲਰ ਇਸ ਕਾਲਜ ਦੇ ਵਿੱਚ ਹੈ, ਤਾਂ ਦੋਨੋਂ ਆਪਸ ਵਿੱਚ ਮੈਚ ਹੋਣ। ਮਤਲਬ ਉਹਨਾਂ ਨੇ ਇੱਕ ਸਮਾਰਟ ਗੇਮ ਖੇਡੀ, ਉਹਨਾਂ ਨੂੰ ਫੜਨ ਲਈ ਕਿਹੜੇ ਬੱਚੇ ਜਾਂ ਕਿਹੜੇ ਕਲਸਟੈਂਟ ਗਲਤ ਤਰੀਕੇ ਨਾਲ ਆਪਣੀ ਵੀਜ਼ਾ ਅਪਲਾਈ ਕਰ ਰਹੇ ਆ। ਚਲੋ ਐਸਓਪੀ ਜਿਹੜਾ ਪਾਰਟ ਹੈ ਉਹ ਬੜਾ ਇੰਪੋਰਟੈਂਟ ਪਾਰਟ ਹੋ ਗਿਆ ਹੁਣ ਇਹਨਾਂ ਲਈ ਕਿ ਤੁਸੀਂ ਦੱਸੋ ਤੁਸੀਂ ਕੈਨੇਡਾ ਇਸ ਟਾਈਮ ਤੇ ਕਿਉਂ ਆਉਣਾ ਚਾਹੁੰਦੇ ਹੋ। ਚਲੋ ਹੁਣ ਦੂਜੇ ਪੁਆਇੰਟ ਤੇ ਆਨੇ, ਦੂਜੇ ਪੁਆਇੰਟ 'ਚ ਕੀ ਅੰਬੈਸੀ ਨੇ ਮੰਗ ਰੱਖੀ ਹੈ? ਦੇਖੋ ਦੂਸਰਾ ਜਿਹੜਾ ਪੁਆਇੰਟ ਹੈ ਨਾ, ਉਹ ਸਭ ਤੋਂ ਮੇਨ ਪੁਆਇੰਟ ਹੈ ਜਿਸ ਦੇ ਉੱਤੇ ਵੀਜ਼ਾ ਟਿਕਿਆ ਹੋਇਆ ਹੈ। ਉਹਨਾਂ ਨੇ ਕਿਹਾ ਕਨਫਰਮੇਸ਼ਨ ਆਫ ਹੂ ਇਜ਼ ਫੰਡਿੰਗ ਯੂਅਰ ਸਟੱਡੀ ਇਨ ਕੈਨੇਡਾ ਐਂਡ देयर ਰਿਲੇਸ਼ਨਸ਼ਿਪ ਟੂ ਯੂ। ਮੈਂ ਅੱਧੀ ਲਾਈਨ ਬੋਲਾਂ, ਅੱਧੀ ਲਾਈਨ ਬਾਅਦ ਚ ਬੋਲਾਂਗਾ। ਇਹ ਜਿਹੜਾ ਲੈਟਰ ਆਈ ਹੈ ਕਨਫਰਮੇਸ਼ਨ ਆਫ ਹੂ ਇਜ਼ ਫੰਡਿੰਗ ਯੂਅਰ ਸਟੱਡੀ ਇਨ ਕੈਨੇਡਾ ਐਂਡ देयर ਰਿਲੇਸ਼ਨਸ਼ਿਪ ਟੂ ਯੂ, ਇਹ 2 ਚੀਜ਼ਾਂ ਜਿਹੜੀਆਂ ਹੁਣ ਇੱਥੇ ਫਸਣੀ ਗੇਮ। ਆਪਾਂ 2 ਲਾਈਨਾਂ ਬਹੁਤ ਸੁਣੀਆਂ ਸੀਗੀਆਂ, $250 ਨਾਲ DLA ਚੇਂਜ ਕਰੋ, $250 ਨਾਲ LO ਲੈਟਰ ਲਓ, ਤੇ ਦੂਜਾ ਪਾਰਟ ਆਪਾਂ ਇਹ ਕਹਿ ਰਹੇ ਸੀਗੇ ਕਿ ਤੁਸੀਂ ਜਿਹੜੀ ਹੈ ਫੀਸ ਵੀਜ਼ਾ ਲੱਗਣ ਤੋਂ ਬਾਅਦ ਤੋਂ ਇਹ DLA ਚੇਂਜ ਕਰਨ ਤੋਂ ਪਿੱਛੇ ਵਾਲੇ ਪਾਸੇ ਅਗਰ ਆਪਾਂ ਆ ਜਾਈਏ ਤਾਂ ਕੀ ਹੁੰਦਾ ਸੀਗਾ ਕਿ ਜਿੰਨੇ ਵੀ ਮਾਰਕੀਟ ਦੇ ਵਿੱਚ ਕਲਸਟੈਂਟ ਹੈ ਉਹਨਾਂ ਵਿੱਚ ਇੱਕ ਤਬਕਾ ਇਦਾਂ ਦਾ ਸੀ ਜੋ ਕਿ ਇਹ ਕਹਿੰਦਾ ਸੀਗਾ ਤੁਸੀਂ ਮੌਂਟਰੀਅਲ ਦੇ ਵਿੱਚ ਫੀਸ ਭਰਨ ਦੀ ਲੋੜ ਨਹੀਂ ਹੁੰਦੀ ਕਿ ਤੁਸੀਂ $250 ਪੇ ਕਰੋ, LOA ਲੈਟਰ ਲਓ, ਉਹ LOA ਲੈਟਰ ਦੇ ਬੇਸ ਤੇ CAQ ਅਪਲਾਈ ਕਰੋ, ਉਹ CAQ ਅਪਲਾਈ ਕਰਨ ਤੋਂ ਬਾਅਦ ਆਪਣੀ ਫਾਈਲ ਲਾਓ, GIC ਸਰਟੀਫਿਕੇਟ ਲਾ ਦਿਓ ਜਾਂ ਉਨੀ ਫੰਡਿੰਗ ਦਿਖਾ ਦਿਓ ਇੰਕਲੂਡਿੰਗ ਫੀਸ ਕਿ ਕੈਨੇਡੀਅਨ ਗਵਰਨਮੈਂਟ ਵੱਲੋਂ LOE ਚਾਹੀਦੀ ਹੈ, ਕੋਈ ਫੀਸ ਦੀ ਰਸੀਦ ਨਹੀਂ। ਹੁਣ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜੀ ਤੁਸੀਂ ਫੀਸ ਟ੍ਰਾਂਸਫਰ ਕੀਤੀ ਹੈ ਕਾਲਜਿਸ ਨੂੰ, ਉਹਦਾ ਸਾਨੂੰ LOA ਲੈਟਰ ਦਿਓ, ਠੀਕ ਹੈ, ਯਾਨੀ ਲੈਟਰ ਆਫ ਐਕਸੈਪਟੈਂਸ ਦਿਓ ਕਿ ਤੁਸੀਂ ਫੀਸ ਕਿੱਦਾਂ ਭਰੀ ਹੈ। ਉਹ ਜਿਹੜੇ ਅਕਾਊਂਟ ਤੋਂ ਫੀਸ ਭਰੀ ਹੈ, ਪਹਿਲੇ ਤਾਂ ਗੱਲ ਆ ਗਈ ਫੀਸ ਭਰੀ ਹੈ। ਹੁਣ ਜਿਹੜੇ ਬੱਚਿਆਂ ਨੇ $250 ਨਾਲ ਆਪਣੀ ਫੀਸ ਭਰੀ ਹੋਣੀ ਹੈ, ਅੱਜ ਉਹਨਾਂ ਕੋਲ ਤਾਂ $13,000-14,000 ਦੀ ਰਸੀਦ ਹੈ ਹੀ ਨਹੀਂ, ਤਾਂ ਉਹਨਾਂ ਨੂੰ ਜਵਾਬ ਦੇਣਾ ਹੁਣ ਔਖਾ ਹੋ ਜਾਣਾ ਹੈ। ਉਹਨਾਂ ਲਈ ਦਿੱਕਤ ਦਾ ਬਹੁਤ ਵੱਡਾ ਸਾਹਮਣਾ ਹੋਣਾ ਪੈਣਾ ਕਿ ਉਹ ਇਹ ਕਿੱਦਾਂ ਪ੍ਰੂਫ ਕਰਨਗੇ ਕਿ ਉਹਨਾਂ ਦੀ ਫੀਸ ਸਾਲ ਦੀ ਕਿਉਂ ਨਹੀਂ ਭਰੀ। ਦੂਸਰਾ ਇਹਨੂੰ ਹੀ ਆਪਾਂ ਅਟੈਚ ਕਰੀ ਦੂਜੇ ਪਾਸੇ ਕਿ ਬਹੁਤ ਸਾਰੇ ਇਦਾਂ ਦੇ ਮਾਰਕੀਟ ਦੇ ਵਿੱਚ ਸੀ ਜਿਨ੍ਹਾਂ ਨੇ ਜਾਲੀ LOA ਲੈਟਰ ਲਾ ਕੇ ਐਮਬੈਸੀ ਦੇ ਵਿੱਚ ਲਾਈਆਂ ਕਿ ਐਮਬੈਸੀ ਜਿਹੜੀ ਹੈ ਇਨ ਕਾਲਜ ਨਾਲ ਤਾਲਮੇਲ ਨਹੀਂ ਕਰਦੀ, ਨਹੀਂ ਕ੍ਰਾਸ ਚੈੱਕ ਕਰਦੀ। ਅੱਜ ਉਹਨਾਂ ਸਾਰਿਆਂ ਨੂੰ ਇਹ ਕਿੱਦਾਂ ਪ੍ਰੂਫ, ਕਿਉਂਕਿ ਪ੍ਰੂਫ ਦੇ ਲਈ ਕੀ ਚਾਹੀਦਾ ਆਪਾਂ ਨੂੰ ਪ੍ਰੂਫ ਦੇ ਲਈ ਜਿਹੜੇ ਅਕਾਊਂਟ ਤੋਂ ਪੈਸਾ ਗਿਆ ਬੱਚੇ ਦੇ ਅਕਾਊਂਟ ਤੋਂ ਗਿਆ, ਬੱਚੇ ਦੇ ਪੇਰੈਂਟਸ ਦੇ ਅਕਾਊਂਟ ਤੋਂ ਗਿਆ, ਉਹ ਇੱਕ ਬੈਂਕ ਸਟੇਟਮੈਂਟ ਲਗਾਉਣੀ ਪਏਗੀ। ਦੂਸਰਾ ਜਿਹੜੀ ਉਹਨਾਂ ਨੇ ਸਵਿਫਟ ਕਾਪੀ ਆਂਦੀ, ਜਦੋਂ ਬੱਚਾ ਫੀਸ ਪੇ ਕਰਦਾ ਉਹਦੀ ਸਵਿਫਟ ਕਾਪੀ ਮਿਲਦੀ ਹੈ, ਉਹ ਚਾਹੀਦੀ ਹੈ। ਤੀਸਰਾ ਕਾਲਜ ਤੋਂ LOA ਲੈਟਰ ਚਾਹੀਦੀ ਹੈ।
ਇਹ ਤਿੰਨ ਚੀਜ਼ਾਂ ਦਾ ਇੱਕ ਚੀਜ਼ ਪੂਰੀ ਹੁੰਦੀ ਹੈ, ਫੀਸ। ਸੇਮ ਥਿੰਗ GIC ਹੈ। ਤਾਂ ਇਹ ਦੋਨੋਂ ਚੀਜ਼ਾਂ ਉਹਨਾਂ ਕੋਲ ਹੋਏਗੀ ਜਿਹੜੇ ਬੰਦੇ ਨੇ ਭਰੀ ਹੈ। ਅਗਰ ਮੈਂ ਫੀਸ ਹੀ ਨਹੀਂ ਭਰੀ ਔਰ ਮੈਂ $250 ਦੀ LOA ਲੈਟਰ ਲਾ ਕੇ ਵੀਜ਼ਾ ਅਪਲਾਈ ਕੀਤਾ ਤਾਂ ਮੈਂ 13,400 ਦੀ ਜਾਂ 15,000 ਦੀ LOA ਨਹੀਂ ਦੇ ਸਕਦਾ। ਔਰ ਅਗਰ ਮੈਂ ਜਾਂ ਮੇਰੇ ਕੰਸਲਟੈਂਟ ਜਾਲੀ LOA ਲੈਟਰ ਲਗਾਤੀ ਤਾਂ ਵੀ ਨਹੀਂ ਕਰ ਸਕਦਾ। ਤਾਂ ਇਹ ਦੋਨੋਂ ਚੀਜ਼ਾਂ ਉਹਨਾਂ ਲਈ ਪ੍ਰੋਬਲਮ ਆਏਗੀ ਜਿਨ੍ਹਾਂ ਨੇ $250 ਦੀ ਸਕੀਮ ਨਾਲ ਕੇਸ ਮਤਲਬ ਇਹ 'ਚ ਹੁਣ ਐਮਬੈਸੀ ਨੇ ਉਹ ਕਹਿਤਾ ਕਿ ਜਿਹੜੀ ਤੁਹਾਡੀ ਫੀਸ ਭਰੀ ਹੈ ਉਹ ਫੰਡਿੰਗ ਕਿੱਥੋਂ ਹੋਈ ਹੈ ਤੇ ਜੇ ਕਿਸੇ ਹੋਰ ਨੇ ਕੀਤੀ ਹੈ ਤਾਂ ਤੁਹਾਡਾ ਉਹਨਾਂ ਦੇ ਨਾਲ ਰਿਲੇਸ਼ਨ ਕੀ ਸੀ? ਨਹੀਂ ਉਹ ਇਹ ਕਹਿੰਦੇ ਆ ਜਿੰਦੇ ਨਾਮ ਤੇ ਦੇਖੋ ਅੱਜ ਦੀ ਡੇਟ 'ਤੇ ਤੁਸੀਂ ਮੇਰੀ ਫੀਸ ਨਹੀਂ ਭਰ ਸਕਦੇ। ਠੀਕ ਹੈ। ਪੈਸਾ ਜਾਂ ਤਾਂ ਮੇਰੇ ਅਕਾਊਂਟ ਤੋਂ ਜਾਏਗਾ ਜਾਂ ਮੇਰੇ ਪੇਰੈਂਟਸ ਸੇ ਜਾਂ ਮੇਰੇ ਬਲੱਡ ਰਿਲੇਸ਼ਨ ਬ੍ਰਦਰ ਸਿਸਟਰ। ਥਰਡ ਪਾਰਟੀ ਦਾ ਪੇਮੈਂਟ RBI ਵੱਲੋਂ ਵੀ ਅਲਾਉਡ ਨਹੀਂ ਸੀ। ਤਾਂ ਹੁਣ ਉਹ ਪੈਸਾ ਸਿਰਫ ਜਾਂ ਤਾਂ ਮੇਰੇ ਅਕਾਊਂਟ ਤੋਂ ਗਿਆ ਹੋਣਾ ਅਗਰ ਮੈਂ ਭਰਿਆ ਜਾਂ ਮੇਰੇ ਪੇਰੈਂਟਸ ਦੇ ਜਾਂ ਮੇਰੇ ਬ੍ਰਦਰ ਸਿਸਟਰ ਦੇ, ਤਾਂ ਉਹ ਪੈਸਾ ਥਰਡ ਪਾਰਟੀ ਦਾ ਅਸੈਪਟੇਬਲ ਨਹੀਂ ਹੈ। ਤਾਂ ਮੇਰੇ ਅਕਾਊਂਟ ਦੀ ਫੰਡਿੰਗ ਹੋਣੀ ਚਾਹੀਦੀ ਸੀ, ਤਦ ਹੀ ਮੇਰੇ ਅਕਾਊਂਟ ਦੀ ਪੈਸੇ ਗਏ ਕਿਉਂਕਿ ਮੈਂ LOA ਲੈਟਰ ਲਗਾਈ ਹੈ। ਦੂਸਰਾ ਜਿਨ੍ਹਾਂ ਨੇ ਜਾਲੀ LOA ਲੈਟਰ ਲਗਾਤੀਆਂ ਕੰਸਲਟੈਂਟ ਨੇ ਅੱਜ ਉਹ ਫਸ ਗਏ ਕਿਉਂਕਿ ਉਹਨਾਂ ਦੇ ਕੋਲ ਪ੍ਰੂਫ ਹੀ ਨਹੀਂ ਹੈ। ਠੀਕ ਹੈ। ਤੀਸਰਾ ਜਿਹੜਾ ਉਸ ਨਾਲ ਜੋੜਦਾ ਪਿਆ ਸਾਰੇ ਪੈਸੇ ਵੀਜ਼ਾ ਲੱਗਣ ਵਾਲੀ ਸਕੀਮ ਦੇ ਵਿੱਚ ਕਿ ਬਹੁਤ ਸਾਰੇ ਕੰਸਲਟੈਂਟ ਨੇ ਡਾਇਰੈਕਟ $250 ਦੇ ਨਾਲ ਫੀਸ ਭਰੀ, ਉਹ ਪੈਸੇ ਬਾਅਦ ਦੇ ਵਿੱਚ ਲੈਣ ਦੀ ਕਮਿਟਮੈਂਟ ਕੀਤੀ। ਅੱਜ ਉਹ ਕਿੱਦਾਂ ਪ੍ਰੂਫ ਕਰਨਗੇ ਕਿ ਉਹ ਪੈਸਾ ਬੱਚੇ ਦੇ ਅਕਾਊਂਟ ਤੋਂ ਗਿਆ ਕਿਉਂਕਿ ਇਹਦੇ ਵਿੱਚ ਪੈਸਾ ਬੱਚੇ ਜਾਂ ਬੱਚੇ ਦੇ ਪੇਰੈਂਟਸ ਦੇ ਅਕਾਊਂਟ ਤੋਂ ਜਾਣਾ ਜ਼ਰੂਰੀ ਸੀਗਾ। ਹੁਣ ਅਗਰ ਪੈਸਾ ਬੱਚੇ ਦੇ ਅਕਾਊਂਟ ਵਿੱਚੋਂ ਗਿਆ ਹੀ ਨਹੀਂ, ਕੰਸਲਟੈਂਟ ਨੇ ਆਪਣੇ ਅਕਾਊਂਟ ਹੀ ਪੈਸਾ ਭਰਤਾ ਜਾਂ ਏਜੰਟ ਨੇ ਸਾਰੇ ਪੈਸੇ ਵੀਜ਼ਾ ਲੱਗਣ ਦੀ ਸਕੀਮ ਦੇ ਵਿੱਚ ਥਰਡ ਪਾਰਟੀ ਪੈਸਾ ਭਰਤਾ ਜਾਂ ਕੈਨੇਡਾ ਟੂ ਕੈਨੇਡਾ ਟ੍ਰਾਂਸਫਰ ਕਰਤਾ, ਉਹ ਸਾਰੇ ਬੰਦੇ ਫਸ ਗਏ। ਠੀਕ ਹੈ। ਕਿਉਂਕਿ ਇੱਕ ਪਾਸੇ ਆਪਾਂ LOA ਲੈਟਰ ਲੈ ਕੇ ਬੈਠੇ 13,000 ਦੀ, ਦੂਜੇ ਪਾਸੇ ਆਪਾਂ ਸਟੇਟਮੈਂਟ ਦਿਖਾ ਨਹੀਂ ਪਾਏ, ਤਾਂ ਇਟ ਮੀਨਸ ਆਪਣਾ ਕੇਸ ਉਹ ਰਿਫਿਊਜ਼ ਤਾਂ ਛੱਡੋ ਬੈਨ ਤੇ ਪਹੁੰਚ ਜਾਣਾ। ਉਹਦੇ ਨਾਲ ਹੀ ਉਹਨਾਂ ਨੇ ਕਿਹਾ ਪ੍ਰੂਫ ਆਫ ਦਾ ਇਨਕਮ ਐਂਡ ਦਾ ਫੰਡ ਆਫ ਦਾ ਲਾਸਟ 6 ਮੰਥਸ। ਹੁਣ ਜਿਹੜੀ ਸਭ ਤੋਂ ਇੱਕ ਹੋਰ ਵੱਡੀ ਵਿਪਤਾ ਪੈ ਰਹੀ ਉਹ ਇਹ ਪੈ ਰਹੀ ਹੈ ਕਿ ਜਿੰਨੇ ਵੀ ਬੰਦੇ ਫਾਈਲ ਲਗਾਉਂਦੇ ਹੈ ਉਹਨਾਂ ਵਿੱਚ ਚਾਹੇ ਉਹ STS ਹੈ ਚਾਹੇ ਜਨਰਲ ਕੈਟਾਗਰੀ ਹੈ, ਬੱਚਾ ਸਟੂਡੈਂਟ ਕੁਐਸਚਨਰੀ ਫਾਰਮ ਭਰਦਾ ਹੈ ਜਿੰਦੇ ਵਿੱਚ ਆਪਣੇ ਫਾਦਰ ਮਦਰ ਦੀ ਐਨੂਅਲ ਇਨਕਮ ਭਰਦਾ ਹੈ ਕਿ ਮੇਰੇ ਫਾਦਰ ਐਗਰੀਕਲਚਰ ਹੈ, ਮੇਰੇ ਮਦਰ ਹਾਊਸਵਾਈਫ ਹੈ, ਮੇਰੇ ਫਾਦਰ ਬਿਜ਼ਨਸਮੈਨ ਹੈ। ਉਹ ਪ੍ਰੂਫ ਆਫ ਜਿਹੜੀ ਇਨਕਮ ਸੋਰਸ ਹੈ ਉਹ ਸੋਰਸ ਕੀ ਹੁੰਦਾ ਹੈ ਕਿ ਤੁਹਾਨੂੰ ਪ੍ਰੂਫ ਚਾਹੀਦਾ ਹੈ। ਬਿਲਕੁਲ। ਅਗਰ ਮੰਨ ਲਓ ਮੇਰੇ ਫਾਦਰ ਜੌਬ ਕਰਦੇ ਆ ਤਾਂ ਮੇਰੇ ਕੋਲ ਇਨਕਮ ਟੈਕਸ ਰਿਟਰਨ ਚਾਹੀਦੀ ਹੈ, ਐਸ ਪਰ ਰਿਟਰਨ ਫਾਰਮ ਵਿੱਚ ਭਰਦੇ ਆ। ਅਗਰ ਮੇਰੇ ਫਾਦਰ ਐਗਰੀਕਲਚਰ ਹੈ ਤਾਂ ਮੇਰੇ ਕੋਲ ਤਹਿਸੀਲਦਾਰ ਦਾ ਇਨਕਮ ਸਰਟੀਫਿਕੇਟ ਚਾਹੀਦਾ, ਐਸ ਪਰ ਇਨਕਮ ਸਰਟੀਫਿਕੇਟ ਭਰਦੇ ਆ। ਤੁਸੀਂ ਯਕੀਨ ਮੰਨੋ 90% ਬੱਚਿਆਂ ਨੇ ਜੋ ਐਸ ਪਰ ਰਿਕਾਰਡ ਸੀਗਾ ਉਹ ਨਹੀਂ ਭਰਿਆ ਹੋਣਾ। ਅੱਛਾ। ਕਿਉਂਕਿ ਬੱਚਾ ਕੰਸਲਟੈਂਟ ਕੋ ਜਾ ਕੇ ਸਵਾਲ ਹੀ ਨਹੀਂ ਕਰਦਾ, ਉਹ ਕਹਿੰਦਾ ਤੂੰ ਭਰ ਦੇ 10 ਲੱਖ ਫਾਦਰ ਦੀ ਇਨਕਮ। ਉਹ 10 ਲੱਖ ਕਿੱਦਾਂ ਪ੍ਰੂਫ ਕਰੇਗਾ? ਉਹ ਮਦਰ ਨੂੰ ਲਿਖਤਾ ਬਿਊਟੀਕ ਕਰ ਦੋ, ਮਦਰ ਨੂੰ ਲਿਖਤਾ ਜੀ ਤੁਸੀਂ ਸੈਲਫ ਇੰਪਲੋਇਡ ਕਰ ਦੋ। ਅੱਜ ਉਹਦੇ ਐਵੀਡੈਂਸ ਮੰਗ ਰਹੇ ਆ ਕਿ ਸਾਨੂੰ ਫੰਡਿੰਗ ਪ੍ਰੂਫ ਆਫ ਇਨਕਮ ਕਿ ਤੁਹਾਨੂੰ ਇਨਕਮ ਸੋਰਸ ਕਿੰਨਾ। ਅਗਰ ਮੈਂ ਐਪਲੀਕੇਸ਼ਨ ਫਾਰਮ ਦੇ ਭਰਿਆ ਸੀ ਮੇਰੇ ਫਾਦਰ ਦੀ 7 ਲੱਖ ਇਨਕਮ ਹੈ ਔਰ ਮੈਂ ਰਿਟਰਨ ਦੇ ਵਿੱਚ ਦਿਖਾ ਰਿਹਾ ਕਿ ਮੇਰੇ ਫਾਦਰ 2 ਲੱਖ ਇਨਕਮ ਹੈ, ਤਾਂ ਇਟ ਮੀਨਸ ਮੈਂ ਪਹਿਲਾਂ ਝੂਠ ਬੋਲਿਆ ਜਾਂ ਮੈਂ ਹੁਣ ਪ੍ਰੂਫ ਨਹੀਂ ਕਰ ਸਕਦਾ। ਮਤਲਬ 6 ਮਹੀਨੇ ਸਟੇਟਮੈਂਟ ਦੇਣੀ ਆ ਨਹੀਂ, ਇਹ ਉਹਨਾਂ ਨੇ ਮੰਗਿਆ। ਦੇਖੋ ਨਾ, ਪ੍ਰੂਫ ਆਫ ਦਾ ਇਨਕਮ ਐਂਡ ਦਾ ਫੰਡ, ਯਾਨੀ ਇੱਕ ਤਾਂ ਦੋ ਚੀਜ਼ਾਂ ਅਲੱਗ-ਅਲੱਗ ਹੈ। ਇੱਕ ਪ੍ਰੂਫ ਆਫ ਇਨਕਮ ਕਿ ਤੁਹਾਨੂੰ ਸਾਲਾਨਾ ਆਮਦਨ ਕਿੰਨੀ ਹੁੰਦੀ ਹੈ, ਦੂਸਰਾ ਤੁਹਾਡੇ ਕੋਲ ਫੰਡਸ ਕਿੰਨੇ ਹੈ। ਕੋਵਿਡ ਦੇ ਟਾਈਮ ਦੇ ਵਿੱਚ ਉੱਥੇ ਕਾਰੋਬਾਰ ਨਹੀਂ ਮਿਲਦਾ ਜਾਂ ਬੱਚਾ ਉੱਥੇ ਕੰਮ ਨਹੀਂ ਮਿਲਦਾ ਉਸ ਬੱਚੇ ਨੂੰ, ਤਾਂ ਉਹਦੇ ਲਈ ਤੁਹਾਡੇ ਕੋਲ ਬੈਂਕ ਬੈਲੈਂਸ ਕਿੰਨਾ ਹੈ। ਅੱਛਾ। ਹੁੰਦਾ ਕੀ ਸੀਗਾ, ਕੰਸਲਟੈਂਟ ਵੱਲੋਂ ਬੱਚੇ ਦੀ ਫੰਡਿੰਗ ਕਰਾ ਦਿੱਤੀ ਜਾਂਦੀ ਸੀ, ਪੈਸੇ ਪਾਉਂਦੇ ਸੀ, ਸਟੇਟਮੈਂਟ ਕਢਾਉਂਦੇ ਸੀ, ਫਾਈਲ ਲਾਉਂਦੇ ਸੀ, ਫੰਡਿੰਗ ਕਢਾ ਲੈਂਦੇ ਸੀ। ਅੱਜ ਉਹ ਬੰਦੇ ਸਾਰੇ ਫਸ ਗਏ ਕਿਉਂਕਿ ਉਹਨਾਂ ਨੇ ਕਿਹਾ 6 ਮਹੀਨੇ ਤੱਕ ਸਟੇਟਮੈਂਟ ਕਢਾ ਕੇ ਲਿਆਓ ਜਿਹੜੀ ਤੁਸੀਂ ਐਮਬੈਸੀ 'ਚ ਲਾਈ ਸੀ। ਹੁਣ ਅਗਰ ਐਮਬੈਸੀ ਦੇ ਵਿੱਚ ਮੰਨ ਲਓ ਮੈਂ ਐਗਜ਼ਾਮਪਲ ਤੌਰ ਤੇ ਮੈਂ ਐਮਬੈਸੀ ਵਿੱਚ ਫਾਈਲ ਲਾਈ ਸੀ, ਮੈਂ 6 ਮਹੀਨੇ ਦੀ ਫੰਡਿੰਗ ਪਾਤੀ, 6 ਮਹੀਨੇ ਫੰਡਿੰਗ ਪਾ ਕੇ ਮੈਂ ਕਢਾ ਲਈ, ਉਹ ਮੈਂ ਇਹ ਕਹਿਦਾ ਜੀ ਕੋਵਿਡ ਚੱਲ ਰਿਹਾ ਸੀਗਾ, ਅੱਜ ਮੈਂ ਦੁਬਾਰਾ ਕਿੱਦਾਂ ਪਾਊਂਗਾ? ਬਿਲਕੁਲ। ਤਾਂ ਉਹ ਜਿਹੜਾ ਸਵਾਲ ਹੈ ਨਾ ਇਹਦੇ ਨਾਲ ਜੁੜ ਗਿਆ। ਤਾਂ ਅਗੇਨ ਉਹੀ ਗੱਲ ਹੈ ਕਿ ਇਹ ਸਾਰੀ ਚੀਜ਼ਾਂ ਮੈਂ ਗੱਲ ਕਹਿੰਦਾ ਦੋ ਤਰ੍ਹਾਂ ਦੇ ਬੱਚੇ ਹੈ। ਪਹਿਲੇ ਬੱਚੇ ਉਹਨਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ, ਉਹਨਾਂ ਲਈ ਇਹ ਪੋਜ਼ਿਟਿਵ ਨਿਊਜ਼ ਹੈ ਕਿ ਉਹਨਾਂ ਦਾ ਹੁਣ ਜਿਹੜੀ ਫਾਈਲ ਚੱਕੀ ਗਈ। ਦੂਜੇ ਪਾਸੇ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਹੈ ਜਿਨ੍ਹਾਂ ਨੇ ਕਿਹਾ ਸੀ ਕੁਝ ਨਹੀਂ ਬਣਨਾ ਕੈਨੇਡਾ ਦਾ, ਮੌਂਟਰੀਅਲ ਦਾ। ਉਹਨਾਂ ਲਈ ਮਾੜਾ ਹੈ, ਪਰ ਜਿਨ੍ਹਾਂ ਦੇ ਡਾਕੂਮੈਂਟੇਸ਼ਨ ਸਭ ਜੈਨੂਇਨ ਹੈ, ਜਿਨ੍ਹਾਂ ਨੇ ਜੈਨੂਇਨ 1 ਸਾਲ ਦੀ ਫੀਸ ਭਰੀ ਹੈ, ਜੈਨੂਇਨ GIC ਭਰਿਆ, ਜੈਨੂਇਨ ਸਾਰੇ ਡਾਕੂਮੈਂਟ ਲਗਾਏ ਹੈ, ਉਹਨਾਂ ਨੂੰ ਕੋਈ ਦਿੱਕਤ ਨਹੀਂ, ਉਹਨਾਂ ਨੂੰ ਕਿਸੇ ਤਰ੍ਹਾਂ ਦਿੱਕਤ ਨਹੀਂ। ਬੜਾ ਉਹਨਾਂ ਲਈ ਪੋਜ਼ਿਟਿਵ ਹੈ। ਤੇ ਤੀਜਾ ਪੁਆਇੰਟ ਆਪਾਂ ਹੁਣ ਤੀਜਾ ਪੁਆਇੰਟ ਆ ਗਿਆ ਜੀ, ਉਹ ਕਹਿੰਦੇ ਆ ਕਿ ਕਨਫਰਮੇਸ਼ਨ ਵੈਦਰ ਯੂ ਹੈਵ ਬੀਨ ਰਿਪਰੈਜ਼ੈਂਟੇਟਿਡ ਆਈਦਰ ਦਾ, ਕਿ ਤੁਹਾਡਾ ਜਿਹੜਾ ਰਿਪਰੈਜ਼ੈਂਟੇਟਿਵ ਹੈ ਤਾਂ ਤੁਸੀਂ ਇੱਕ 5475 ਜਿਹੜਾ ਹੈ ਤੁਸੀਂ ਰਿਪਰੈਜ਼ੈਂਟੇਟਿਵ ਫਾਰਮ ਭਰੋ। ਉਹਦੇ ਵਿੱਚ ਤੁਸੀਂ ਉਹਨਾਂ ਨੇ ਫਾਰਮ ਵੀ ਨਾਲ ਅਟੈਚ ਕਰਤਾ ਕਿ ਤੁਸੀਂ ਇਹ ਫਾਰਮ ਭਰੋ, ਇਹਦੇ ਵਿੱਚ ਤੁਸੀਂ ਆਪਣੀ ਡਿਟੇਲ ਭਰੋ। ਹੁਣ ਇਹਦੇ ਵਿੱਚ ਕੀ ਹੋਏਗਾ ਕਿ ਮੈਕਸਿਮਮ ਜਨਤਾ ਇਹ ਲਿਖੇਗੀ, ਕੰਸਲਟੈਂਟ ਇਹ ਲਿਖੇਗਾ ਕਿ ਮੈਂ ਸੈਲਫ ਫਾਈਲ ਲਾਈ ਆਪਣੇ ਆਪ ਨੂੰ ਸੇਫ ਕਰਨ ਲਈ, ਕਿ ਮੇਰੀ ਫਾਈਲ ਮੈਂ ਸੈਲਫ ਲਾਈ ਹੈ। ਤੁਸੀਂ ਸਮਝੋ ਕਿ ਸੈਲਫ ਫਾਈਲ ਲਾ ਹੀ ਨਹੀਂ ਸਕਦਾ। ਅੱਛਾ। ਆਫਰ ਲੈਟਰ ਵੀ ਇੱਕ ਬੱਚਾ ਡਾਇਰੈਕਟ ਮੰਗਾ ਨਹੀਂ ਸਕਦਾ। ਅਗਰ ਆਫਰ ਲੈਟਰ ਮੰਗਾਉਂਦਾ ਤਾਂ ਉਹਦੇ ਕੰਸਲਟੈਂਟ ਦਾ ਨਾਮ ਹੁੰਦਾ,
ਉਸ ਤੋਂ ਬਾਅਦ ਜਦੋਂ ਫਾਈਲ ਆਪਾਂ ਲਗਾਉਂਦੇ ਆ ਤਾਂ ਉਹਦੇ ਵਿੱਚ ਆਪਾਂ ਇੱਕ ਕੋਰਸਪੋਂਡੈਂਸ ਐਡਰੈਸ ਡਾਲਦੇ ਜੋ ਕਿ ਕੰਸਲਟੈਂਟ ਦਾ ਹੁੰਦਾ ਹੈ, ਕਿਉਂਕਿ ਪਾਸਪੋਰਟ ਸਾਨੂੰ ਆਉਂਦੇ ਨਾ, ਤਾਂ ਕੋਰਸਪੋਂਡੈਂਟ ਐਡਰੈਸ ਸਾਡਾ ਹੈ। ਤਾਂ ਇਹਦੇ ਵਿੱਚ ਵੀ ਜਿਹੜੀ ਡਿਟੇਲ ਜਾਣਗੀਆਂ, ਇਹ ਸਾਰੀ ਡਿਟੇਲ ਜਿਹੜੀ ਹੈ ਬੱਚਿਆਂ ਨੂੰ ਉਹਦਾ ਕੰਸਲਟੈਂਟ ਭਰੇਗਾ। ਠੀਕ ਹੈ। ਇਹਦੇ ਵਿੱਚ ਬਹੁਤ ਸਾਰੇ ਜਿਹੜੇ $250 ਦੀ LOL ਵਾਲੀ ਗੇਮ ਸੀ ਨਾ, ਉਹਦੇ ਵਿੱਚ ਸਾਰਿਆਂ ਨੇ ਆਪਣਾ ਪੱਲਾ ਝਾੜਨਾ ਕਿ ਸਾਡੇ ਉੱਤੇ ਕੋਈ ਐਕਸ਼ਨ ਨਾ ਆ ਜੇ ਕੈਨੇਡੀਅਨ ਸਰਕਾਰ ਵੱਲੋਂ। ਅੱਛਾ। ਉਸ ਨੂੰ ਬਚਾਉਣ ਲਈ ਇੱਥੇ ਲਿਖਿਆ ਜਾਏਗਾ ਸੈਲਫ, ਉਹਦੇ ਵਿੱਚ ਵੀ ਬੱਚਾ ਹੁਣ ਜਿਹੜਾ ਫਸ ਜਾਏਗਾ। ਤਾਂ ਕੁੱਲ ਮਿਲਾ ਕੇ ਜੋ ਬੰਦੇ ਨੇ ਜੋ ਚੀਜ਼ ਜੈਨੂਇਨ ਲਗਾਈ ਹੈ, ਅਗਰ ਉਹ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰ ਗਿਆ ਤਾਂ ਜੀ ਉਹ ਵੀਜ਼ਾ ਲੈ ਜਾਏਗਾ, ਉਹਦੀ ਜ਼ਿੰਦਗੀ ਤਰ ਗਈ। ਔਰ ਜਿਹੜਾ ਬੰਦੇ ਦਾ ਨਹੀਂ ਪ੍ਰੈਜ਼ੈਂਟ ਕਰ ਪਾਏਗਾ ਜਾਂ ਜਿਹੜਾ ਗਲਤ ਤਰੀਕੇ ਨਾਲ ਕਾਗਜ਼ ਲਾ ਕੇ ਫਾਈਲ ਲਾ ਕੇ ਬੈਠਾ ਸੀਗਾ, ਉਹਨਾਂ ਦਾ ਜਾਂ ਤਾਂ ਰਿਫਿਊਜ਼ ਹੋਏਗਾ ਜਾਂ ਉਹਨਾਂ ਦਾ ਬੈਨ। ਮਤਲਬ ਗੱਲ ਹੁਣ ਸਾਰੀ ਰਿਪਰੈਜ਼ੈਂਟੇਸ਼ਨ ਤੇ ਆ ਗਈ, ਜਿੰਨੇ ਪ੍ਰੈਜ਼ੈਂਟ ਵਧੀਆ ਕਰਤਾ ਤਾਂ ਉਹਨੂੰ ਵੀਜ਼ਾ ਮਿਲ ਜਾਏਗਾ, ਨਹੀਂ ਤਾਂ ਨਹੀਂ ਸਾਨੂੰ ਜੀ ਪ੍ਰੈਜ਼ੈਂਟ ਵਧੀਆ ਕਰਤਾ ਸਭ ਤੋਂ, ਜਿਹਦੇ ਕੋਲ ਸਾਰੇ ਪ੍ਰੂਫ ਹੋਣੇ ਚਾਹੀਦੇ, ਜਿੰਨੇ ਸਾਰਾ ਇੱਕ ਇੱਕ ਸਟੈਪ ਉਹਨੇ ਪੂਰਾ ਸਹੀ ਲਿਆ ਹੋਵੇ। ਹੁਣ ਕੀ ਹੈ ਕਿ ਹੁਣ ਦੌੜ ਜਿਹੜੀ ਸੀ ਨਾ ਕਿ 500 ਫਾਈਲਾਂ ਲਾਣੀ ਹੈ, ਮੈਂ 800 ਫਾਈਲਾਂ ਲਾਣੀ ਹੈ, ਉਹ ਹੁਣ 500 ਦੇ ਜਵਾਬ ਦੇਣੇ ਪੈਣੇ ਆ। ਤੁਸੀਂ ਇਹ ਮੈਂ ਹੈਰਾਨ ਆ ਕਿ ਪਿਛਲੇ 1 ਤਰੀਕ ਦੀ ਆਪਾਂ ਨੂੰ ਲੈਟਰ ਆਈ ਹੈ, ਆਪਾਂ ਲੇਟ ਹੋ ਗਏ, ਨਹੀਂ ਕਰ ਪਾਏ, ਮੈਂ ਵੀ, ਤੁਸੀਂ ਬਿਜ਼ੀ ਸੀਗੇ, ਤੁਸੀਂ ਟਾਈਮ ਨਹੀਂ ਦੇ ਪਾਏ, ਬਟ ਕੁੱਲ ਮਿਲਾ ਕੇ ਇੱਕ ਚੀਜ਼ ਨੂੰ ਸਮਝਣ ਵਾਲੀ ਗੱਲ ਹੈ, ਅੱਜ ਜਿਹੜੇ ਡਿਬੇਟ ਕਰਦੇ ਸੀ ਜਾਂ ਜਿਹੜੇ ਰੋਲਾ ਪਾਉਂਦੇ ਸੀ, ਕੁਝ DLI ਦਾ ਰੋਲਾ ਪਾਉਂਦੇ ਸੀ, ਅੱਜ ਕੋਈ ਫੇਸਬੁੱਕ ਤੇ ਇਹ ਨਹੀਂ ਕਹਿ ਰਿਹਾ ਜੀ ਮੌਂਟਰੀਅਲ ਦੀ ਆ ਗਈ ਅਪਡੇਟ, ਕੋਈ ਨਹੀਂ ਕੋਈ ਪਾ ਹੀ ਨਹੀਂ ਸਕਦੇ ਨਾ, ਕਿਉਂਕਿ ਪਾਣਗੇ ਕਿੱਦਾਂ। ਅੱਛਾ ਅਨੀਸ਼ ਜੀ, ਇੱਕ ਸਵਾਲ ਹੈ ਕਿ ਜੇ ਹੁਣ ਜਿਸ ਤਰ੍ਹਾਂ ਮੰਨ ਲਓ ਇਹ ਲੈਟਰਸ ਆ ਗਈਆਂ, ਹੁਣ ਕਈਆਂ ਨੇ ਏਜੰਟਾਂ ਦੀਆਂ ਐਡ ਦੇਖ ਕੇ DLI ਵੀ ਆਪਣੀ ਚੇਂਜ ਕਰਾਈ ਸੀ, ਹੁਣ ਉਹ ਬੱਚੇ ਜਿਨ੍ਹਾਂ ਨੇ ਆਪਣਾ DLI ਚੇਂਜ ਪਾਤਾ ਸੀ ਜਾਂ ਰਿਫੰਡ ਮੰਗਾ ਲਿਆ ਸੀ, ਜੇ ਉਹਨਾਂ ਨੂੰ ਵੀ ਇਹ ਲੈਟਰ ਆ ਜਾਂਦੀ ਹੈ, ਉਹ ਬੱਚੇ ਕਿੱਥੇ ਸਟੈਂਡ ਕਰਦੇ ਨੇ? ਉਹ ਬਹੁਤ ਵੱਡੀ ਮੁਸੀਬਤ ਵਿੱਚ ਆ ਜਾਣਗੇ। ਉਹ ਕਿਸ ਤਰ੍ਹਾਂ? ਅਗਰ ਅੱਜ ਮੰਨ ਲਓ ਕਿਸੇ, ਮੈਂ ਐਗਜ਼ਾਮਪਲ ਤੌਰ ਤੇ ਗੱਲ ਕਰਦਾ, ਅੱਜ ਕਿਸੇ ਬੱਚੇ ਨੇ ਕੋਈ ਆਫਰ ਲੈਟਰ ਅਪਲਾਈ ਕਰਤੀ ਸੀ, ਉਹਦਾ ਪ੍ਰੋਸੈਸ ਸੀਗਾ, ਉਹਨੇ ਹੁਣ DLI ਚੇਂਜ ਕੀਤਾ, ਆਪਾਂ ਤੁਸੀਂ ਵੀ ਸੁਣਿਆ, ਮੈਂ ਵੀ ਸੁਣਿਆ, ਆਪਾਂ ਬਹੁਤ ਵਾਰੀ ਬੈਠੇ ਆ ਇਸ ਡਿਸਕਸ਼ਨ ਤੇ ਕਿ DLI ਚੇਂਜ ਕਰੋ $250। ਬਿਲਕੁਲ। ਉਹਨੇ $250 ਦੇ ਨਾਲ ਫੀਸ ਭਰ ਕੇ DLI ਚੇਂਜ ਕਰਤਾ ਤੇ ਪਹਿਲੇ ਕਾਲਜ ਤੋਂ ਰਿਫੰਡ ਮੰਗਾ ਲਿਆ। ਤੁਸੀਂ ਸੁਣੀ ਹੋਣੀ ਇੱਕ ਵੀਡੀਓ ਜਿੰਦੇ ਇਹ ਕਿਹਾ ਗਿਆ ਸੀ, ਤੁਸੀਂ ਪਹਿਲੇ ਕਾਲਜ ਨੂੰ ਤੁਸੀਂ ਐਮਬੈਸੀ ਵਿੱਚ ਕਵਰਿੰਗ ਲੈਟਰ ਲਿਖੋ ਕਿ ਮੇਰਾ ਪਹਿਲਾ ਕਾਲਜ ਪੈਸੇ ਦੇਗਾ, ਮੈਂ ਤੁਹਾਨੂੰ ਤਾਂ ਦਊਂਗਾ। ਉਹਨਾਂ ਲਈ ਵਿਪਤਾ ਪੈ ਗਈ ਕਿਉਂਕਿ ਉਹਨਾਂ ਕੋਲ ਪ੍ਰੂਫ ਹੀ ਨਹੀਂ, ਕਿਉਂਕਿ ਆਪਾਂ ਨੂੰ ਪ੍ਰੂਫ ਮੰਗ ਰਹੇ ਜੋ ਕਰੰਟ ਸਟੇਟਸ ਤੇ ਖੜਾ ਹੈ। ਇਹ ਜਿਹੜੀ ਵੀ ਲੈਟਰਾਂ ਮੈਨੂੰ ਮਿਲੀ ਹੈ, ਇਹਨਾਂ ਵਿੱਚ ਕੋਈ ਬੱਚਾ ਮੇਰਾ DLI ਚੇਂਜ ਵਾਲਾ ਨਹੀਂ ਹੈਗਾ। ਮੈਨੂੰ ਨਹੀਂ ਪਤਾ ਕਿ DLI ਚੇਂਜ ਵਾਲੀ ਲੈਟਰ ਆਈ ਹੈ ਕਿ ਨਹੀਂ ਆਈ, ਪਰ ਇਹ ਕਲੀਅਰ ਹੈ ਜੇ ਆਂਦੀ ਹੈ ਤਾਂ ਬਹੁਤ ਵੱਡੀ ਵਿਪਤਾ 'ਚ ਪੈ ਜਾਣਗੇ। $250 ਨਾਲ ਫਿਰ ਗਲਤ ਆ ਗਈ। ਐਕਚੁਅਲੀ ਪਤਾ ਗੱਲ ਸਮਝ ਜੀ, ਪ੍ਰੈਕਟਿਸ ਗਲਤ ਹੈ। ਕੰਸਲਟੈਂਟ ਦੀ ਪ੍ਰੈਕਟਿਸ, ਕਾਲਜਿਸ ਦੀ ਪ੍ਰੈਕਟਿਸ, ਸਾਡੀ ਸਾਰੇ ਪ੍ਰੈਕਟਿਸ ਗਲਤ ਹੈ। ਆਪਾਂ ਇੱਕ ਚੀਜ਼ ਦੀ ਨਾ ਜਦੋਂ ਇੱਕ ਨਿਊਜ਼ ਸੁਣ ਲੈਂਦੇ ਆ ਤਾਂ ਆਪਾਂ ਇਹ ਸੋਚਦੇ ਆ ਕਿ ਇਹ ਸਭ ਮੇਰੇ ਭਲੇ ਲਈ ਹੈ, ਉਹਨੂੰ ਇੱਕ ਪ੍ਰੈਕਟੀਕਲੀ ਚੀਜ਼ ਨੂੰ ਕਾਗਜ਼ ਤੇ ਨਹੀਂ ਉਤਾਰਦੇ ਯਾਰ ਇਹਦੇ ਵਿੱਚ ਕੀ ਪੋਜ਼ਿਟਿਵ ਹੈ ਕੀ ਨੈਗੇਟਿਵ ਹੋਇਆ। ਤੁਸੀਂ ਆਪ ਦੱਸੋ, ਤੁਸੀਂ ਵੀਜ਼ਾ ਅਫਸਰ ਹੋ, ਮੈਂ ਫਾਈਲ ਲਗਾਈ, ਮੈਂ $14,000 ਕਿਸੇ ਐਕਸ ਕਾਲਜ ਨੂੰ ਭਰਿਆ, ਅੱਜ ਮੈਂ ਤੁਹਾਨੂੰ ਇਹ ਕਹਿ ਰਿਹਾ ਜੀ ਮੇਰੇ $250 ਤੇ ਲੈ ਲਓ ਔਰ ਮੇਰੇ ਪਹਿਲੇ ਕਾਲਜ ਤੋਂ ਰਿਫੰਡ ਆਗਾ ਤਾਂ ਮੈਂ ਤੁਹਾਨੂੰ, ਤੁਸੀਂ ਕਿੱਦਾਂ ਸ਼ੋਰਟੀ ਲਓਗੇ ਮੈਨੂੰ ਪੈਸਾ ਦਿੰਦਾ? ਤੁਸੀਂ ਕਈ ਵਾਰ ਸੁਣਿਆ ਨੇ ਕੈਨੇਡਾ ਵਿੱਚ ਲੋਕ ਵਿਜ਼ਟਰ ਵੀਜ਼ਾ ਲੈ ਕੇ ਜਾਂਦੇ ਆ, ਪਹੁੰਚਦੇ ਆ, ਉੱਤਰ ਕੇ ਵਾਪਸ ਨਹੀਂ ਆਉਂਦੇ, ਜਦ ਉਹਨਾਂ ਦੀ ਸ਼ੋਰਟੀ ਲੈ ਸਕਦਾ, ਇਹ ਕੀ ਸ਼ੋਰਟੀ ਕਿ ਵੀਜ਼ਾ ਮਿਲੇਗਾ? ਤੇ ਹਨੀਸ਼ ਜੀ, ਜਿਸ ਤਰ੍ਹਾਂ ਹੁਣ ਇਹਨਾਂ ਨੇ 30 ਦਿਨਾਂ 'ਚ ਕਿਹਾ ਹੈ ਕਿ ਜਵਾਬ ਤੁਸੀਂ ਇਹ ਦੋ ਸਾਰੇ ਡਾਕੂਮੈਂਟ 30 ਦਿਨਾਂ ਦੇ ਵਿੱਚ ਸਾਨੂੰ ਭੇਜੋ, ਤੇ ਚਲੋ ਇਹ ਆਪਾਂ ਸਾਰੇ ਡਾਕੂਮੈਂਟ ਜਦੋਂ ਪੇ ਕਰ ਦਿੱਤੇ, ਸਬਮਿਟ ਕਰਵਾ ਦਿੱਤੇ, ਮਤਲਬ ਯਾਨੀ ਜਿਸ ਤਰ੍ਹਾਂ 6 ਅਗਸਤ ਵਾਲੀ ਜੋ ਤਰੀਕ ਸੀਗੀ, ਜਿਸ ਤਰ੍ਹਾਂ ਜੂਨ ਦਾ ਮਹੀਨਾ ਚੱਲ ਰਿਹਾ, ਜੂਨ ਦਾ ਸਾਰਾ ਮਹੀਨਾ 30 ਦਿਨ 'ਚ ਲੰਘ ਗਿਆ, ਉਸ ਤੋਂ ਬਾਅਦ ਜੁਲਾਈ ਅਗਸਤ, ਮਤਲਬ ਇਹ 6 ਅਗਸਤ ਦਾ ਹੀ ਟਾਰਗੇਟ ਹੈ, 6 ਅਗਸਤ ਤੋਂ ਪਹਿਲਾਂ ਵੀਜ਼ੇ ਆ ਜਾਣਗੇ ਇਹਨਾਂ ਦੇ। ਜਿਸ ਤਰ੍ਹਾਂ ਦੇ ਨਿਊਜ਼ ਹੈ, ਉਮੀਦ ਪੂਰੀ ਹੈ ਕਿ ਇਹ ਪੋਜ਼ਿਟਿਵ ਸਾਈਨ ਹੈ 6 ਅਗਸਤ ਵਾਸਤੇ, ਪਰ ਦੂਸਰੇ ਪਾਸੇ ਇਹ ਵੀ ਹੈ ਕਿ ਜਿਹੜੀ ਇਹਨਾਂ ਨੇ ਇੱਕ ਹੋਰ ਤੁਹਾਨੂੰ ਦੱਸ ਦੇਣਾ, ਇਹਦੇ ਵਿੱਚ ਜਿਹੜੀ ਵੀ ਚੀਜ਼ ਇਨਫੋਰਮੇਸ਼ਨ ਮੰਗੀ ਹੈ ਇਹ ਵੈਬ ਫਾਰਮ ਥਰੂ ਨਹੀਂ ਜਾਏਗੀ। ਠੀਕ ਹੈ। ਇਹ ਤੁਸੀਂ ਜਿਹੜੇ ਵੀ ਬੱਚੇ ਨੇ ਆਪਣਾ GC ਕੀ ਬਣਾਇਆ ਹੈ, ਉਸ GC ਕੀ ਦੇ ਵਿੱਚ ਉਹਨੂੰ ਅਪਲੋਡ ਕਰਨਾ ਪਏਗਾ, ਫਿਰ ਉਹਦੀ ਫਾਈਲ ਜਿਹੜੀ ਹੈ ਪਿਕਅਪ ਹੋਏਗੀ। ਅਗਰ ਉਹ 30 ਦਿਨਾਂ ਦੇ ਅੰਦਰ ਨਹੀਂ ਹੁੰਦਾ, ਨਹੀਂ ਰਿਪਲਾਈ ਕਰਦਾ, ਤਾਂ ਉਹਨੂੰ ਐਕਸਪਲੇਨੇਸ਼ਨ ਦੇਣੀ ਪਏਗੀ। ਔਰ ਮੈਂ ਆਪਣੇ ਸਟੂਡੈਂਟਸ ਵੀ ਜਿੰਨੇ ਮੇਰੇ ਕੋਲ ਲੈਟਰਸ ਆਈਆਂ, ਜਿਹੜੇ ਹੋਰ ਵੀ ਸਟੂਡੈਂਟ ਜਿਨ੍ਹਾਂ ਨੂੰ ਆ ਰਹੀਆਂ, ਤੁਸੀਂ 30 ਦਿਨ ਦੇ ਚੱਕਰ ਹੀ ਨਾ ਰਹਿਣਾ। ਅਗਰ ਤੁਹਾਡੇ ਕੋਲ ਅੱਜ ਲੈਟਰ ਆਏ ਨਾ, ਅਗਲੇ 2-3 ਦਿਨਾਂ 'ਚ ਹੀ ਕਰੋ ਸਾਰਾ। ਦੇਖੋ ਸਨਮ ਜੀ, ਜੇਕਰ ਬੱਚਾ ਸਹੀ ਹੈ ਨਾ ਤਾਂ 2 ਦਿਨ 'ਚ ਹੋ ਜਾਣਾ ਕੰਮ। ਬਿਲਕੁਲ। ਜਦੋਂ ਬੱਚਾ ਗਲਤ ਹੈ ਨਾ, ਕਿਉਂਕਿ ਦੇਖੋ ਹਰ ਚੀਜ਼ ਮੇਰੇ ਕੋਲ ਹੈ, ਮੇਰੇ ਕੋਲ ਬੈਂਕ ਸਟੇਟਮੈਂਟ ਮੈਂ ਬੈਂਕ ਤੋਂ ਜਾ ਕੇ ਲੈ ਸਕਦਾ, ਮੈਂ ਸਵਿਫਟ ਕਾਪੀ ਮੇਰੇ ਕੋਲ ਆਲਰੇਡੀ ਸੀ, ਕਾਲਜ ਦੀ LOA ਲੈਟਰ ਮੇਰੇ ਕੋਲ ਹੈ, SOP ਮੈਂ ਪਹਿਲਾਂ ਆਪ ਬਣਾਈ ਹੋਈ ਸੀ, ਮੇਰੇ ਕੋਲ ਪਈ ਹੈ, ਤਾਂ ਮੈਂ ਕਰਨਾ ਕੀ ਹੈ, 4 ਚੀਜ਼ਾਂ ਜੋੜ ਕੇ ਅਪਲੋਡ ਕਰਨੀ। ਇਹਦੇ ਲਈ ਅਗਰ ਮੈਨੂੰ 3 ਦਿਨ ਚਾਹੀਦਾ, ਇਟ ਮੀਨਸ ਕੁਐਸਚਨ ਹੈ ਬਹੁਤ ਵੱਡਾ ਉਹਨਾਂ ਬੱਚਿਆਂ ਲਈ ਕਿ ਕੁਝ ਗੜਬੜ ਹੈ। ਤਾਂ ਗੱਲ ਸਮਝਣ ਵਾਲੀ ਕਿ $250 ਜਿਹੜੀ ਸਕੀਮ ਸੀ ਨਾ, $250 $300 ਜਾਂ ਤੁਸੀਂ ਸਾਰੇ ਪੈਸੇ ਬਾਅਦ ਦੇ ਵਿੱਚ ਉਹ ਸਾਰੇ ਫਸਣਗੇ ਜਿਨ੍ਹਾਂ ਨੇ ਬਿਨਾਂ ਫੀਸ ਭਰੇ LOA ਲੈਟਰ ਲਿੱਤੀ, ਕਾਲਜ ਨਾਲ ਸੈਟਿੰਗ ਕਰਕੇ। ਕਿਉਂਕਿ
ਜਿਹੜਾ ਆਡਿਟ ਹੋ ਰਿਹਾ ਹੈ, ਜਿਹੜਾ ਵਿਪਤਾ ਪਈ ਹੈ, ਉਹ 10 ਕਾਲਜਾਂ ਦੀ ਇਹੀ ਵਿਪਤਾ ਨਾ ਕਿ ਕਾਲਜ ਕੋ ਇੰਨਾ ਬੱਚਾ ਚਲਾ ਕਿਵੇਂ ਗਿਆ। ਬਿਲਕੁਲ ਅੱਜ ਇੰਨੇ ਬੱਚਿਆਂ ਦੀ ਫਾਈਲਾਂ ਲੱਗੀਆਂ, ਰਿਜ਼ਲਟ ਨਹੀਂ ਆ ਰਹੇ। ਪਰ ਗੱਲ ਸਮਝੋ, ਜਿਨ੍ਹਾਂ ਸਭ ਕੁਝ ਸਹੀ ਸੀ, ਉਹ ਵਿਚਾਰਾ ਬੇਕਸੂਰ ਆਦਮੀ ਕਸੂਰਵਾਰ ਵਾਲੀ ਲਾਈਨ 'ਚ ਖੜਾ ਹੋ ਗਿਆ। ਅੱਜ ਐਮਬੈਸੀ ਨੇ ਉਹਨੂੰ ਇੱਕ ਲੈਫਟ ਫਿਲਟਰ ਕਰਤਾ, ਇਹ ਕਸੂਰਵਾਰ ਹੈ, ਸਹੀ ਹੈ ਤੂੰ ਇੱਧਰ ਆ ਜਾ, ਇਹ ਕਸੂਰਵਾਰ ਇੱਧਰ ਆ ਜਾ, ਦੂਜਾ ਇੱਧਰ ਆ ਜਾ। ਉਹਨਾਂ ਲਈ ਇਹ ਬੜਾ ਪੋਜ਼ਿਟਿਵ ਨਿਊਜ਼ ਹੈ ਜਿਹੜੇ ਸਹੀ ਹੈ ਬੱਚੇ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ। ਤਾਂ ਜੇਕਰ ਤੁਹਾਨੂੰ ਵੀ ਇਹ ਲੈਟਰ ਆਈ ਹੈ ਤਾਂ ਤੁਸੀਂ ਦੇਰ ਨਾ ਕਰੋ। ਜੇਕਰ ਤੁਹਾਡੀ ਫਾਈਲ ਸਟਰੋਂਗ ਹੈ ਤੇ ਤੁਹਾਡੇ ਕੋਲ ਸਾਰੇ ਡਾਕੂਮੈਂਟਸ ਨੇ ਤਾਂ ਤੁਸੀਂ ਦੇਰ ਨਾ ਕਰੋ, ਆਪਣੇ ਤੁਸੀਂ GC ਕੀ 'ਚ ਚੈੱਕ ਕਰੋ ਕਿ ਤੁਹਾਨੂੰ ਇਹ ਅੰਬੈਸੀ ਨੇ ਇਹ ਚੀਜ਼ ਮੰਗੀ ਹੈ ਕਿ ਨਹੀਂ। ਜੇਕਰ ਮੰਗੀ ਹੈ ਤਾਂ ਜਲਦ ਤੋਂ ਜਲਦ ਤੁਸੀਂ ਭਰੋ। ਤੇ ਜਿਸ ਤਰ੍ਹਾਂ ਹਨੀਸ਼ ਜੀ ਨੇ ਕਿਹਾ ਕਿ ਇਹ ਲੈਟਰ ਆਉਣ ਤੋਂ ਬਾਅਦ ਕਈ ਏਜੰਟ ਤਰ ਜਾਣਗੇ ਅਤੇ ਕਈ ਮਰ ਵੀ ਜਾਣਗੇ। ਮਰਨਗੇ ਉਹ ਜਿਨ੍ਹਾਂ ਨੇ ਗਲਤ ਫਾਈਲਾਂ ਲਗਾਈਆਂ ਹੋਈਆਂ ਸੀ ਤੇ ਤਰਨਗੇ ਉਹ ਜਿਨ੍ਹਾਂ ਨੇ ਬਿਲਕੁਲ ਸਹੀ ਫਾਈਲਾਂ ਲਗਾਈਆਂ ਹੋਈਆਂ ਸੀ, ਤੇ ਜਿਹੜੇ ਬੱਚੇ ਉਹਨਾਂ ਦੇ ਹੁਣ ਬਾਹਰ ਜਾਣਗੇ। ਤਾਂ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਬੱਚੇ ਸਹੀ ਫਾਈਲਾਂ ਲਗਾਉਣ ਅਤੇ ਜਿਨ੍ਹਾਂ ਨੇ ਲਗਾਈਆਂ ਹੋਈਆਂ ਆਪਣਾ ਜਲਦ ਤੋਂ ਜਲਦ ਆਪਣਾ ਕੈਨੇਡਾ ਦਾ ਸੁਪਨਾ ਪੂਰਾ ਕਰਨ। ਤਾਂ ਵਧੇਰੇ ਅਪਡੇਟਸ ਨਾਲ ਜੁੜੇ ਰਹੋ। ਕੈਮਰਾਮੈਨ ਸਤਨ ਤੁਹਾਡੇ ਨਾਲ, ਸਰਮਜੀਤ ਸਿੰਘ ਭੱਲਾ, ਲੁਧਿਆਣਾ।